ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਸਭ ਤੋਂ ਪਹਿਲਾਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਕਿ ਪ੍ਰਭੂ ਨੇ ਇੱਕ ਵਾਰੀ ਫੇਰ ਸਾਨੂੰ ਆਪਣੇ ਕਦਮਾਂ ਦੇ ਵਿੱਚ ਇਕੱਠਿਆਂ ਕੀਤਾ। ਪਰਮੇਸ਼ਰ ਦਾ ਧੰਨਵਾਦ ਹੋ। ਤਾਂ ਆਈਏ ਇੱਕ ਵਾਰੀ ਫੇਰ ਪਰਮੇਸ਼ਰ ਦੇ ਵਚਨਾਂ ਦੇ ਵੱਲ ਚੱਲਦੇ ਹਾਂ। ਤੁਸੀਂ ਆਪਣੇ ਮੋਬਾਈਲ ਸਕਰੀਨ ਤੇ ਦੇਖ ਸਕਦੇ ਹੋ। ਅੱਜ ਦਾ ਵਿਸ਼ਾ ਆਦਮ ਦੇ ਪਾਪ ਕਰਨ ਦੇ ਕਾਰਨ ਮਨੁੱਖ ਜਾਤੀ ਨੂੰ ਹੋਏ ਨੁਕਸਾਨ, ਪਾਠ ਨੰਬਰ 11। ਤੋ ਅੱਜ ਇਹਨਾਂ ਕਲਾਸਾਂ ਦਾ ਆਖਰੀ ਪਾਰਟ ਵੀ ਆ। ਕਹਿਣ ਦਾ ਭਾਵ ਕਿ ਆਖਰੀ ਕਲਾਸ ਹੈ। ਅੱਜ ਇਸ ਕਲਾਸ ਦੇ ਵਿੱਚ ਅਸੀਂ ਇਸ ਵਚਨ ਦੀਆਂ ਇਹਨਾਂ ਕਲਾਸਾਂ ਨੂੰ ਅਸੀਂ ਅੱਜ ਸਮਾਪਤ ਕਰਾਂਗੇ। ਫਿਰ ਜਦੋਂ ਪ੍ਰਭੂ ਟਾਈਮ ਦੇਵੇਗਾ ਇੱਕ ਨਵਾਂ ਵਿਸ਼ਾ ਅਸੀਂ ਸ਼ੁਰੂ ਕਰਾਂਗੇ। ਤੋ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਆਦਮ ਦੇ ਪਾਪ ਕਰਨ ਦੇ ਕਾਰਨ ਮਨੁੱਖ ਜਾਤੀ ਨੂੰ ਨੁਕਸਾਨ ਜੋ ਹੋਏ ਨੇ, ਉਹਨਾਂ ਨੁਕਸਾਨਾਂ ਦੀ ਭਰਪਾਈ ਵੀ ਪਰਮੇਸ਼ਰ ਨੇ ਕੀਤੀ। ਥੋੜ੍ਹਾ ਜਿਹਾ ਮੈਂ ਰਿਪੀਟ ਕਰਾਂਗਾ। ਜਿਸ ਤਰ੍ਹਾਂ ਕਿ ਆਤਮਿਕ ਤੌਰ 'ਤੇ ਇਨਸਾਨ ਮਰ ਗਿਆ ਸੀ, ਪਰਮੇਸ਼ਰ ਨੇ ਫਿਰ ਆਤਮਿਕ ਤੌਰ 'ਤੇ ਨਵੇਂ ਸਿਰਿਓਂ ਜਿੰਦਾ ਕੀਤਾ। ਸੰਗਤੀ ਟੁੱਟ ਗਈ ਸੀ, ਪ੍ਰਭੂ ਨੇ ਫਿਰ ਦੁਬਾਰਾ ਸੰਗਤੀ ਬਹਾਲ ਕੀਤੀ। ਲਿਬਾਸ ਗਵਾ ਬੈਠਾ ਸੀ, ਪਰਮੇਸ਼ਰ ਨੇ ਜਲਾਲੀ ਬਸਤਰ ਵੀ, ਸ਼ਸਤਰ ਵੀ ਔਰ ਇੱਕ ਅਣਖ ਦਾ ਚੋਗਾ ਵੀ ਸਾਨੂੰ ਪਹਿਨਾਇਆ। ਫਿਰ ਘਰ ਵਿੱਚੋਂ ਕੱਢ ਦਿੱਤਾ ਗਿਆ ਸੀ, ਫਿਰ ਦੁਬਾਰਾ ਘਰ 'ਚ ਬੁਲਾਇਆ। ਅੱਜ ਅਸੀਂ ਦੇਖਣ ਲਈ ਜਾ ਰਹੇ ਹਾਂ, ਉਹਨੇ ਆਪਣਾ ਸਾਰਾ ਹੱਕ ਖੋਹ ਦਿੱਤਾ ਸੀ। ਉਸ ਬਾਗ ਦੇ ਵਿੱਚ ਉਹਨੂੰ ਕੋਈ ਵੀ ਹੱਕ ਨਹੀਂ ਸੀ। ਪਹਿਲਾਂ ਉਹਨੂੰ ਹੱਕ ਸੀ ਕਿ ਤੂੰ ਨਿਸੰਗ ਇਸ ਬਾਗ ਦੇ ਕਿਸੇ ਵੀ ਦਰਖਤ ਤੋਂ ਜਾਂ ਬੂਟੇ ਤੋਂ ਖਾ ਸਕਦਾ ਆ। ਪਰ ਥੋੜ੍ਹੀ ਦੇਰ ਬਾਅਦ ਜਦੋਂ ਉਹਦੇ ਪਾਪ ਕਰਨ ਦੇ ਕਾਰਨ ਪਰਮੇਸ਼ਰ ਨੇ ਉਹਨੂੰ ਹਮੇਸ਼ਾ ਦੇ ਲਈ ਉਸ ਜਗ੍ਹਾ ਤੋਂ ਕੱਢ ਦਿੱਤਾ। ਸਾਰਾ ਹੱਕ ਉਹਨੇ ਖੋਹ ਦਿੱਤਾ। ਪਰ ਫਿਰ ਦੁਬਾਰਾ ਪਰਮੇਸ਼ਰ ਨੇ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਸਾਡੇ ਜੀਵਨਾਂ ਦੇ ਵਿੱਚ ਉਸ ਹੱਕ ਨੂੰ ਦੁਬਾਰਾ ਲੈ ਕੇ ਆਇਆ। ਉਹ ਹੱਕ ਵੀ ਕੋਈ ਮਾਮੂਲੀ ਹੱਕ ਨਹੀਂ ਆ। ਉਹ ਹੱਕ ਕੋਈ ਆਮ ਹੱਕ ਨਹੀਂ ਆ। ਉਸ ਹੱਕ ਦੇ ਵਿੱਚ ਪਰਮੇਸ਼ਰ ਕੀ ਕਹਿੰਦਾ, ਤਾਂ ਆਈਏ ਪੜ੍ਹਦੇ ਹਾਂ ਜੀ। ਦੂਸਰਾ ਕੁਰਿੰਥੀਆਂ 6 ਬਾਬ ਉਹਦਾ 18 ਵਚਨ। ਜਿਹੜਾ ਹੱਕ ਅਦਨ ਦੇ ਬਾਗ ਦੇ ਵਿੱਚ ਖੋ ਚੁੱਕਾ ਸੀ, ਉਹ ਹੱਕ ਉਹਨੂੰ ਕਿਹੜੇ ਰੂਪ 'ਚ ਦੁਬਾਰਾ ਮਿਲਿਆ? ਔਰ ਤੁਹਾਡਾ ਪਿਤਾ ਹੋਵਾਂਗਾ, ਕਹਿੰਦਾ ਔਰ ਮੈਂ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਧੀਆਂ ਹੋਵੋਗੇ। ਔਰ ਤੁਸੀਂ ਮੇਰੇ ਪੁੱਤਰ ਧੀਆਂ ਹੋਵੋਗੇ। ਇਹ ਵਚਨ ਸਰਵ ਸ਼ਕਤੀਮਾਨ ਪ੍ਰਭੂ ਦਾ ਹੈ। ਇਹ ਵਚਨ ਸਰਵ ਸ਼ਕਤੀਮਾਨ ਪਰਮੇਸ਼ਰ ਦਾ। ਇੱਥੇ ਪਰਮੇਸ਼ਰ ਕੀ ਕਹਿ ਰਿਹਾ? ਕਹਿੰਦਾ ਹੁਣ, ਪਹਿਲਾਂ ਅਸੀਂ ਪਿਛਲੇ ਹਫਤੇ ਦੇਖ ਰਹੇ ਸੀ, ਲਿਖਿਆ ਹੁਣ ਤਾਂ ਤੁਸੀਂ ਓਪਰੇ ਤੇ ਪਰਦੇਸੀ ਨਹੀਂ ਬਲਕਿ ਸੰਤਾਂ ਦੇ ਵਤਨੀ ਤੇ ਪਰਮੇਸ਼ਰ ਦੇ ਘਰਾਣੇ ਦੇ। ਤਾਂ ਉਸ ਘਰਾਣੇ ਨੂੰ ਹੋਰ ਵੀ ਪੱਕਿਆਂ ਕਰਨ ਦੇ ਲਈ ਪਰਮੇਸ਼ਰ ਕੀ ਕਹਿ ਰਿਹਾ? ਕਹਿੰਦਾ ਹੁਣ ਤੋਂ ਤੁਸੀਂ ਮੇਰੇ ਧੀਆਂ ਪੁੱਤਰ ਹੋਵੋਗੇ ਤੇ ਮੈਂ ਤੁਹਾਡਾ ਕੀ ਹੋਵਾਂਗਾ? ਪਿਤਾ ਹੋਵਾਂਗਾ। ਇੱਕ ਐਸਾ ਨਜ਼ਦੀਕੀ ਦਾ ਰਿਸ਼ਤਾ, ਇੱਕ ਐਸਾ ਵੱਡਾ ਇੱਕ ਖਾਸ ਰਿਸ਼ਤਾ ਪਰਮੇਸ਼ਰ ਨੇ ਸਾਡੇ ਨਾਲ ਜੋੜ ਲਿਆ, ਜਿਹੜਾ ਕਿ ਥੋੜੀ ਕੀਤਿਆਂ ਟੁੱਟ ਨਹੀਂ ਸਕਦਾ। ਐਸਾ ਮਹਾਨ ਪਰਮੇਸ਼ਰ ਹੈ ਸਾਡਾ। ਆਦਮ ਦੇ ਸਮੇਂ ਪਰਮੇਸ਼ਰ ਨੇ ਇਨਸਾਨ ਨਾਲੋਂ ਸਾਰੇ ਸੰਬੰਧ ਤੋੜ ਲਏ ਸੀ। ਇੱਥੋਂ ਤੱਕ ਕਿ ਕਈ ਵਾਰ ਇਨਸਾਨ ਦੇ ਪਾਪ ਦੇ ਕਾਰਨ ਪਰਮੇਸ਼ਰ ਕਹਿੰਦਾ ਮੈਂ ਇਨਸਾਨ ਨੂੰ ਬਣਾਉਣ ਤੋਂ ਕੀ ਹੋਇਆ? ਗਰੰਜ ਹੋਇਆ, ਕਿ ਦੁਖੀ ਹੋਇਆ ਮੈਂ। ਪਰ ਫਿਰ ਵੀ ਉਹਦੀ ਕਿਰਪਾ ਦੇ ਐਸੇ ਵੱਡੇ ਧਨ ਦੇ ਅਨੁਸਾਰ, ਉਹਦੀ ਕਿਰਪਾ ਦੇ ਨਾਲ ਉਹਨੇ ਫਿਰ ਸਾਡੇ ਉੱਪਰ ਆਪਣਾ ਫਜ਼ਲ ਕੀਤਾ, ਆਪਣੀ ਦਇਆ ਕੀਤੀ ਔਰ ਫਿਰ ਦੁਬਾਰਾ ਸਾਨੂੰ ਆਪਣੇ ਧੀਆਂ ਤੇ ਪੁੱਤਰ ਕੀ ਕਰ ਲਿਆ? ਉਹਨੇ ਬਣਾ ਲਿਆ। ਪਿਛਲੇ ਦਿਨਾਂ 'ਚ ਮੈਂ ਦੱਸ ਰਿਹਾ ਸੀ, ਆਦਮ ਉਹਦਾ ਪੁੱਤਰ ਨਹੀਂ ਸੀ। ਆਦਮ ਨੂੰ ਪੁੱਤਰ ਦਾ ਦਰਜਾ ਨਹੀਂ ਸੀ। ਪਰ ਸਾਨੂੰ ਕਿਹੜਾ ਦਰਜਾ ਮਿਲਿਆ? ਉਹਦੇ ਧੀਆਂ ਤੇ ਪੁੱਤਰ ਹੋਣ ਦਾ। ਹਾਲੇਲੂਇਆ। ਤਾਂ ਆਈਏ ਪੜ੍ਹਦੇ ਇੱਕ ਹੋਰ ਵਚਨ, ਗਲਾਤੀਆਂ 4:6। ਇਹਦੇ ਵਿੱਚ ਪਰਮੇਸ਼ਰ ਦਾ ਵਚਨ ਸਾਨੂੰ ਹੋਰ ਕੀ ਦੱਸਦਾ? ਅਤੇ ਤੁਸੀਂ ਜੋ ਪੁੱਤਰ ਹੋ, ਇਸੇ ਕਾਰਨ ਪਰਮੇਸ਼ਰ ਨੇ ਆਪਣੇ ਪੁੱਤਰ ਦੇ ਆਤਮਾ ਨੂੰ ਸਾਡੇ ਦਿਲਾਂ ਵਿੱਚ ਘੱਲ ਦਿੱਤਾ। ਕਹਿੰਦਾ ਫਿਰ ਤੁਹਾਨੂੰ ਪੁੱਤਰ ਹੋਣ ਦੇ ਕਾਰਨ ਪਰਮੇਸ਼ਰ ਨੇ ਆਪਣੇ ਪੁੱਤਰ ਦੇ ਆਤਮਾ ਨੂੰ ਤੁਹਾਡੇ ਦਿਲਾਂ ਦੇ ਵਿੱਚ ਘੱਲ ਦਿੱਤਾ ਹੈ, ਜਿਹੜਾ ਅੱਬਾ ਅਰਥਾਤ ਹੈ ਪਿਤਾ ਪੁਕਾਰਦਾ ਹੈ। ਜਿਹੜਾ ਹੁਣ ਉਹ ਸਾਨੂੰ ਅੱਬਾ ਜਾਂ ਹੈ ਪਿਤਾ ਕੀ ਕਰਦਾ ਆ? ਪੁਕਾਰਦਾ ਆ। ਇਹ ਗੱਲ ਜੋ ਪਰਮੇਸ਼ਰ ਇੱਥੇ ਕਹਿ ਰਿਹਾ ਆ, ਜੇਕਰ ਤੁਸੀਂ ਇਸ ਗੱਲ ਨੂੰ ਸਮਝਦੇ ਨਾ, ਇਹ ਗੱਲ ਪਰਮੇਸ਼ਰ ਕਹਿ ਕੀ ਰਿਹਾ, ਤੇ ਤੁਹਾਡੇ ਮੂੰਹੋਂ ਕਦੇ ਵੀ
ਕਦੇ ਵੀ ਧੰਨਵਾਦ ਦਾ ਬਲੀਦਾਨ ਬੰਦ ਨਹੀਂ ਹੋ ਸਕਦਾ, ਕਿਉਂਕਿ ਅਸੀਂ ਜੋ ਆਤਮਿਕ ਤੌਰ ਤੇ ਮਰ ਗਏ ਸੀ, ਜਿਹੜੇ ਕੁਝ ਵੀ ਨਹੀਂ ਸੀ, ਸਾਨੂੰ ਉਹ ਆਪਣੇ ਪੁੱਤਰ ਦਾ ਕੀ ਦੇ ਰਿਹਾ? ਇੱਕ ਦਰਜਾ ਦੇ ਰਿਹਾ। ਕਹਿੰਦਾ ਇਹਦੇ ਨਾਲ ਤੁਸੀਂ ਮੈਨੂੰ ਕੀ ਕਹਿ ਸਕਦੇ ਹੋ? ਹੁਣ ਅੱਬਾ ਜਾਂ ਹੇ ਪਿਤਾ ਪੁਕਾਰ ਸਕਦੇ ਹੋ। ਪਹਿਲਾਂ ਮੈਂ ਦੱਸ ਚੁੱਕਾ ਪਰਮੇਸ਼ਰ ਕਹਿਣਾ ਕੀ ਚਾਹੁੰਦੇ ਨੇ ਕਿ ਦੁਨੀਆ ਦੇ ਲਈ ਮੈਂ ਪਰਮੇਸ਼ਰ ਹਾਂ, ਜਿਨ੍ਹਾਂ ਮੈਨੂੰ ਕਬੂਲ ਨਹੀਂ ਕੀਤਾ ਉਹਨਾਂ ਦੇ ਲਈ ਮੈਂ ਪਰਮੇਸ਼ਰ ਹਾਂ, ਰੱਬ ਹਾਂ, ਪਰ ਤੁਹਾਡੇ ਲਈ ਮੈਂ ਪਰਮੇਸ਼ਰ ਨਹੀਂ, ਤੁਹਾਡਾ ਪਿਤਾ ਵੀ ਹਾਂ। ਸਾਡੇ ਨਾਲ ਉਹ ਐਸਾ ਸੰਬੰਧ ਰੱਖਣਾ ਚਾਹੁੰਦਾ ਜਿਸ ਤਰ੍ਹਾਂ ਇੱਕ ਬਾਪ ਆਪਣੇ ਬੱਚਿਆਂ ਦੇ ਨਾਲ ਕੀ ਕਰਦਾ ਆ, ਰੱਖਦਾ। ਔਰ ਕਹਿੰਦਾ ਤੁਸੀਂ ਮੈਨੂੰ ਹੇ ਪਿਤਾ ਜਾਂ ਹੇ ਅੱਬਾ ਕੀ ਕਰ ਸਕਦੇ ਹੁਣ ਤੋਂ? ਤੁਸੀਂ ਇੱਕ ਛੋਟੀ ਜਿਹੀ ਉਦਾਹਰਨ ਦੇਖੋ, ਬੜੀ ਵੱਡੀ ਭੀੜ ਆ ਔਰ ਸਾਰੀ ਵੱਡੀ ਭੀੜ ਇੱਕ ਇਨਸਾਨ ਨੂੰ ਪੁਕਾਰ ਰਹੀ ਹੈ ਕਿ ਉਹਨੂੰ ਪ੍ਰਭੂ ਕਹਿ ਰਿਹਾ, ਕੋਈ ਉਹਨੂੰ ਪਰਮੇਸ਼ਰ ਕਹਿ ਰਿਹਾ। ਸਭ ਪਾਸੋਂ ਉਸ ਇਨਸਾਨ ਨੂੰ ਪ੍ਰਭੂ ਜਾਂ ਪਰਮੇਸ਼ਰ ਕਰਕੇ ਆਵਾਜ਼ਾਂ ਆ ਰਹੀਆਂ ਨੇ, ਪਰ ਇੱਕ ਆਵਾਜ਼ ਸਭ ਤੋਂ ਅਲੱਗ ਹੋਏਗੀ। ਉਹ ਆਵਾਜ਼ ਇਹ ਹੋਏਗੀ ਜਿਹੜੀ ਆਵਾਜ਼ ਕਹਿੰਦੀ ਹੈਗੀ ਹੇ ਪਿਤਾ, ਹੇ ਅੱਬਾ। ਉਸ ਭੀੜ ਦੇ ਵਿੱਚੋਂ ਸਭ ਪਿਤਾ ਪਰਮੇਸ਼ਰ ਕਹਿਣ ਵਾਲੇ ਤੇ ਹੋਣਗੇ, ਪਰ ਅੱਬਾ ਕਹਿਣ ਵਾਲੇ ਕੁਝ ਹੀ ਲੋਕ ਹੋਣਗੇ। ਤੇ ਉਸ ਸੁਣਨ ਵਾਲੇ ਦਾ ਧਿਆਨ ਜ਼ਿਆਦਾ ਪਰਮੇਸ਼ਰ ਕਹਿਣ ਵਾਲਿਆਂ ਵੱਲ ਨਹੀਂ ਹੋਵੇਗਾ। ਕਿੱਧਰ ਧਿਆਨ ਜਾਵੇਗਾ? ਕੋਈ ਮੈਨੂੰ ਅੱਬਾ ਵੀ ਕਹਿ ਰਿਹਾ ਹੈ, ਕੋਈ ਮੈਨੂੰ ਪਿਤਾ ਵੀ ਕਹਿ ਰਿਹਾ ਹੈ। ਇਸੇ ਕਾਰਨ ਜਦੋਂ ਯਿਸੂ ਮਸੀਹ ਨੇ ਪ੍ਰਾਰਥਨਾ ਸਿਖਾਈ ਸੀ, ਕਹਿੰਦਾ ਹੁਣ ਤੋਂ ਜੇ ਤੁਸੀਂ ਉਹਦੇ ਪੁੱਤਰ ਬਣ ਗਏ ਹੋ, ਹੁਣ ਤੋਂ ਤੁਸੀਂ ਉਹਨੂੰ ਪਰਮੇਸ਼ਰ ਨਾ ਕਹੋ, ਤੁਸੀਂ ਕਹੋ ਹੇ ਸਾਡੇ ਬਾਪ ਜੋ ਤੂੰ ਕੀ ਆ ਅਸਮਾਨ ਤੇ, ਹੇ ਸਾਡੇ ਪਿਤਾ ਜੋ ਤੂੰ ਕਿੱਥੇ ਆ, ਤੇਰਾ ਨਾਮ ਕੀ ਕੀਤਾ ਜਾਵੇ। ਇਹ ਆਓ ਪੁੱਤਰ ਕਹਿਣ ਦਾ ਹੱਕ। ਸਾਰੀ ਦੁਨੀਆ ਜਿੱਥੇ ਪਰਮੇਸ਼ਰ ਪੁਕਾਰ ਰਹੀ ਹੈ ਉਹਨੂੰ, ਸਾਡੇ ਵਿੱਚੋਂ ਕੁਝ ਲੋਕ ਤੁਸੀਂ ਔਰ ਮੈਂ ਜੋ ਉਹਦੇ ਸੱਚਮੁੱਚ ਧੀਆਂ ਪੁੱਤਰ ਬਣ ਗਏ ਨੇ, ਉਹ ਉਹਨੂੰ ਕੀ ਕਹਿੰਦੇ ਨੇ? ਹੱਕ ਦੇ ਨਾਲ ਕਹਿੰਦੇ ਨੇ ਹੇ ਪਿਤਾ ਜਾਂ ਹੇ ਅੱਬਾ। ਹਾਲੇਲੂਇਆ। ਐਸਾ ਮਹਾਨ ਦਰਜਾ, ਐਸਾ ਉੱਚਾ ਦਰਜਾ ਪਰਮੇਸ਼ਰ ਨੇ ਸਾਨੂੰ ਦਿੱਤਾ ਹੋਇਆ ਹੈ। ਇੱਕ ਵਚਨ ਪੜ੍ਹਦੇ ਹਾਂ ਜੀ ਅੱਗੇ, ਰੋਮੀਆਂ 8 ਬਾਬ 16 ਔਰ 17 ਵਚਨ। ਇਹਦੇ ਵਿੱਚ 4-5 ਗੱਲਾਂ ਪਰਮੇਸ਼ਰ ਦਾ ਵਚਨ ਸਾਨੂੰ ਸਿਖਾ ਰਿਹਾ। ਰੋਮੀਆਂ 8 ਬਾਬ ਦੀ 16 ਔਰ 17 ਵਚਨ ਦੇ ਵਿੱਚ ਉਹ ਆਤਮਾ ਆਪ ਸਾਡੇ ਆਤਮਾ ਨਾਲ ਸਾਖੀ ਦਿੰਦਾ ਹੈ, ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਰਲ ਕੇ ਸਾਖੀ ਦਿੰਦਾ ਹੈ ਭਈ ਅਸੀਂ ਪਰਮੇਸ਼ਰ ਦੇ ਬਾਲਕ ਹਾਂ। ਕਿ ਅਸੀਂ ਪਰਮੇਸ਼ਰ ਦੇ ਪੁੱਤਰ ਹਾਂ। ਅਤੇ ਜੇ ਬਾਲਕ ਹਾਂ, ਸਭ ਤੋਂ ਪਹਿਲਾਂ ਕੀ ਦਿੰਦਾ ਆ ਸਾਖੀ? ਇਹਦਾ ਆਤਮਾ, ਆਪਣੇ ਪੁੱਤਰ ਦਾ ਆਤਮਾ ਸਾਡੇ ਅੰਦਰ ਉਹਨੇ ਘੱਲਿਆ ਨਾ। ਕਹਿੰਦਾ ਇਹ ਆਤਮਾ ਖੁਦ ਇੱਕ ਗਵਾਹੀ ਆ, ਇਹ ਆਤਮਾ ਖੁਦ ਇੱਕ ਸਾਖੀ ਦਿੰਦਾ ਆ ਕਿ ਅਸੀਂ ਕੀ ਆ? ਪਰਮੇਸ਼ਰ ਦੇ ਪੁੱਤਰ ਹਾਂ। ਹਾਂਜੀ। ਅਤੇ ਜੇ ਬਾਲਕ ਹਾਂ, ਔਰ ਕਹਿੰਦਾ ਜੇ ਉਹਦੇ ਪੁੱਤਰ ਹਾਂ ਤੇ ਇੱਕ ਕੰਮ ਹੋਰ ਵੀ ਆ, ਹਾਂ ਤਾਂ ਅਧਿਕਾਰੀ ਵੀ ਹਾਂ। ਹਾਲੇਲੂਇਆ। ਅਸੀਂ ਕੀ ਆ? ਅਧਿਕਾਰੀ ਵੀ ਆ। ਅਸੀਂ ਹੱਕ ਵੀ ਰੱਖਦੇ ਆ। ਹੱਕ ਕਿਹਦੇ ਤੇ? ਜੋ ਕੁਛ ਵੀ ਇਹ ਦੁਨੀਆ ਤੇ ਆ, ਇਹ ਸਾਡੇ ਬਾਪ ਦਾ ਹੀ ਆ। ਕਹਿੰਦਾ ਸਾਰਾ ਧਨ, ਸਾਰਾ ਦੌਲਤ, ਸਭ ਕੁਝ ਕਿਹਦਾ ਆ? ਮੇਰਾ ਹੀ ਹੈ। ਪਰ ਮੇਰੇ ਪਿਆਰਿਓ, ਹੋ ਸਕਦਾ ਇਸ ਸਮੇਂ ਤੁਸੀਂ ਇਸ ਦੁਨੀਆ ਦੇ ਵਿੱਚ ਬੜੀ ਦਰਿਦਰਤਾ ਦੇ ਵਿੱਚ ਜੀ ਰਹੇ ਹੋਵੋਗੇ, ਬੜੀ ਗਰੀਬੀ ਦੇ ਵਿੱਚ ਜੀ ਰਹੇ ਹੋਵੋਗੇ, ਬੜੀ ਮੁਸ਼ਕਲਾਂ ਦੇ ਵਿੱਚ ਜੀ ਰਹੇ ਹੋਵੋਗੇ। ਪਰ ਯਾਦ ਰੱਖੋ, ਜੇ ਤੁਸੀਂ ਉਹਦੇ ਪੁੱਤਰ ਹੋ ਨਾ ਤੇ ਅਧਿਕਾਰੀ ਵੀ ਹੋ। ਇਹ ਦੁਨੀਆ ਦਾ ਧਨ ਦੌਲਤ, ਦੁਨੀਆ ਦਾ ਪੈਸਾ ਜਿੱਦਣ ਤੁਹਾਨੂੰ ਲੋੜ ਹੋਏਗੀ ਨਾ, ਪਰਮੇਸ਼ਰ ਤੁਹਾਡੇ ਕੋਲ ਪਹੁੰਚਾ ਦੇਵੇਗਾ। ਉਹਦਾ ਪੁੱਤਰ ਪ੍ਰਭੂ ਯਿਸੂ ਮਸੀਹ ਜਦੋਂ ਇਸ ਦੁਨੀਆ ਤੇ ਚੱਲਦਾ ਸੀ, ਲਿਖਿਆ ਇੱਕ ਸ਼ਹਿਰ ਦੇ ਵਿੱਚ ਜਾਣਾ ਸੀ ਔਰ ਉਸ ਸ਼ਹਿਰ 'ਚ ਜਾਣ ਦੇ ਮਸੂਲ ਦੇ ਵਜੋਂ ਪੈਸੇ ਲੱਗਦੇ ਸੀ ਔਰ ਜੇਬ 'ਚ ਕੋਈ ਨਹੀਂ। ਨਾਲ ਦੇ ਚੇਲੇ ਨੂੰ ਪੁੱਛਿਆ, ਉਹਦੀ ਜੇਬ 'ਚ ਵੀ ਕੁਝ ਨਹੀਂ। ਸ਼ਹਿਰ 'ਚ ਵੜਿਆ ਨਹੀਂ ਜਾ ਸਕਦਾ। ਪਰ ਉਸੇ ਸਮੇਂ ਪਰਮੇਸ਼ਰ ਨੇ ਇੰਤਜ਼ਾਮ ਕੀਤਾ। ਉਹਨੇ ਕਿਹਾ ਜਾ ਇੱਕ ਕੁੰਡੀ ਲਗਾ ਔਰ ਮੱਛੀ ਆਏਗੀ, ਮੱਛੀ ਦੇ ਮੂੰਹ 'ਚ ਕੀ ਹੋਵੇਗਾ? ਤੇ ਉਹਦੇ ਨਾਲ ਆਪਣਾ ਤੇ ਮੇਰਾ ਵੀ ਕੀ ਦੇ ਦੇਵੀਂ? ਪਾੜਾ ਦੇ ਦੇਵੀਂ। ਮਤਲਬ ਪਰਮੇਸ਼ਰ ਅਜੀਬ ਤਰੀਕੇ ਨਾਲ ਇਸਤੇਮਾਲ ਕਰੇਗਾ। ਪਰਮੇਸ਼ਰ ਅਜੀਬ ਤਰੀਕੇ ਨਾਲ ਤੁਹਾਡੀਆਂ ਲੋੜਾਂ ਨੂੰ ਪੂਰੀਆਂ ਕਰੇਗਾ। ਬੇਸ਼ੱਕ ਤੁਹਾਡੀ ਜੇਬ 'ਚ ਕੁਝ ਨਹੀਂ ਆ, ਪਰ ਤੁਸੀਂ ਅਧਿਕਾਰੀ ਹੋ, ਕਿਉਂਕਿ ਤੁਸੀਂ ਰਾਜਿਆਂ ਦੇ ਰਾਜੇ ਦੇ ਕੀ ਹੋ? ਪੁੱਤਰ ਹੋ। ਘਬਰਾਇਓ ਨਾ, ਪਰੇਸ਼ਾਨ ਨਾ ਹੋਇਓ। ਕਹਿੰਦਾ ਜੇਕਰ ਤੁਸੀਂ ਪੁੱਤਰ ਹੋ ਤੇ ਤੁਸੀਂ ਅਧਿਕਾਰੀ ਵੀ ਹੀ ਹੋ। ਤੇ ਅਧਿਕਾਰੀ ਦੇ ਕੋਲ ਸਰਕਾਰ, ਉਹ ਸਰਕਾਰਾਂ ਦੀ ਸਰਕਾਰ, ਸਭ ਸਮੇਂ ਜਦੋਂ ਲੋੜ ਪੈਂਦੀ ਆ
ਸਾਰੀਆਂ ਚੀਜ਼ਾਂ ਮੁਹੱਈਆ ਕਰਕੇ ਕੀ ਕਰ ਦਿੰਦੀ ਆ? ਦੇ ਦਿੰਦੀ ਆ। ਅਸੀਂ ਅਧਿਕਾਰੀ ਹਾਂ, ਇਸ ਚੀਜ਼ ਨੂੰ ਯਾਦ ਰੱਖਿਓ। ਕਹਿੰਦਾ ਜੇ ਪੁੱਤਰ ਹਾਂ ਤੇ ਅਧਿਕਾਰੀ ਵੀ। ਹਾਂਜੀ, ਕਿਹਦੇ ਅਧਿਕਾਰੀ? ਪੜੋ। ਪਰਮੇਸ਼ਰ ਦੇ ਅਧਿਕਾਰੀ। ਔਰ ਸਭ ਤੋਂ ਪਹਿਲਾ ਅਧਿਕਾਰ ਆ ਸਾਡਾ ਪਰਮੇਸ਼ਰ ਤੇ। ਪਰਮੇਸ਼ਰ ਤੇ ਅਧਿਕਾਰ ਕਹਿਣ ਦਾ ਮਤਲਬ ਜੋ ਪਿੱਛੇ ਅਸੀਂ ਸਿੱਖ ਚੁੱਕੇ ਹਾਂ, ਦੂਸਰਿਆਂ ਦੁਨੀਆ ਦੇ ਲਈ ਰੱਬ ਆ, ਸਾਡੇ ਲਈ ਕੀ ਆ? ਉਹ ਪਿਤਾ ਆ। ਤਾਂ ਹੀ ਪ੍ਰਭੂ ਯਿਸੂ ਮਸੀਹ ਕਹਿੰਦਾ ਹੁਣ ਤੋਂ ਤੁਸੀਂ ਕੀ ਪੁਕਾਰ ਸਕਦੇ ਹੋ? ਹੇ ਸਾਡੇ ਬਾਪ ਜੋ ਤੂੰ ਕਿੱਥੇ ਆ? ਸਵਰਗੀ ਪਿਤਾ ਨੂੰ ਕਹਿ ਸਕਦੇ ਹੋ। ਇਸ ਤਰ੍ਹਾਂ ਖੁਸ਼ਖਬਰੀ ਹੈ। ਇਹ ਵੀ ਖੁਸ਼ਖਬਰੀ ਦਾ ਇੱਕ ਹਿੱਸਾ ਆ। ਇੱਕ ਆਤਮਿਕ ਇਨਸਾਨ ਦੇ ਦੋ ਬਾਪ ਹੁੰਦੇ ਨੇ। ਇੱਕ ਆਤਮਿਕ ਔਰਤ ਦੇ ਦੋ ਪਤੀ ਹੁੰਦੇ ਨੇ। ਸਰੀਰਕ ਜੇ ਮਰ ਵੀ ਜਾਂਦਾ ਆ, ਆਤਮਿਕ ਕਦੇ ਵੀ ਮਰਦਾ ਨਹੀਂ। ਸਾਡਾ ਆਤਮਿਕ ਬਾਪ ਹਮੇਸ਼ਾ ਕੀ ਆ? ਜਿਉਂਦਾ ਆ। ਇਸੇ ਤਰ੍ਹਾਂ ਕਹਿੰਦਾ ਤੁਸੀਂ ਜੇਕਰ ਉਹਦੇ ਪੁੱਤਰ ਹੋ ਤੇ ਅਧਿਕਾਰੀ ਵੀ ਹੋ, ਤੇ ਸਭ ਤੋਂ ਪਹਿਲਾ ਅਧਿਕਾਰੀ ਕਿਹਦੇ ਆ? ਪਰਮੇਸ਼ਰ ਦੇ। ਪੜੋ। ਪਰਮੇਸ਼ਰ ਦੇ ਅਧਿਕਾਰੀ। ਪਰਮੇਸ਼ਰ ਦੇ ਅਧਿਕਾਰੀ। ਦੂਸਰੇ ਮਸੀਹ ਦੇ ਨਾਲ ਸਾਂਝੇ ਅਧਿਕਾਰੀ। ਔਰ ਮਸੀਹ ਦੇ ਨਾਲ ਕੀ? ਸਾਂਝੇ ਅਧਿਕਾਰੀ। ਮਸੀਹ ਦੇ ਨਾਲ ਸਾਂਝੇ ਅਧਿਕਾਰੀ ਕਹਿਣ ਤੋਂ ਮਤਲਬ ਪਰਮੇਸ਼ਰ ਦਾ ਵਚਨ ਕਹਿੰਦੇ ਉਹਨੇ ਸਾਨੂੰ ਉਠਾ ਲਿਆ, ਜਿਵਾ ਲਿਆ ਤੇ ਆਪਣੇ ਨਾਲ ਸਵਰਗੀ ਸਥਾਨਾਂ 'ਚ ਆਪਣੇ ਸਿੰਘਾਸਨ ਦੇ ਉੱਪਰ ਬਰਾਬਰ ਕੀ ਕੀਤਾ? ਸਾਨੂੰ ਆਪਣੇ ਪੁੱਤਰ ਦੇ ਬਰਾਬਰ ਸਾਨੂੰ ਬਿਠਾਇਆ। ਜਿਸ ਤਰ੍ਹਾਂ ਯਿਸੂ ਮਸੀਹ ਨੂੰ ਪਿਆਰ ਕਰਦਾ ਆ, ਉਸ ਤਰ੍ਹਾਂ ਉਹਦੇ ਮੁਤਾਬਕ ਉਹਦੇ ਬਰਾਬਰ ਸਾਨੂੰ ਕੀ ਕਰਦਾ? ਉਹ ਪਿਆਰ ਕਰਦਾ ਹੈ। ਜਿਸ ਤਰ੍ਹਾਂ ਯਿਸੂ ਮਸੀਹ ਦਾ ਉਹ ਹਰ ਗੱਲਾਂ 'ਚ ਖਿਆਲ ਰੱਖਦਾ ਸੀ, ਹਰ ਚੀਜ਼ਾਂ 'ਚ ਪ੍ਰਭੂ ਯਿਸੂ ਮਸੀਹ ਨੂੰ ਉਹਨੇ ਪਰਵਰਿਸ਼ ਕੀਤੀ, ਪਾਲਿਆ, ਆਪਣਾ ਮਕਸਦ ਉਹਦੇ ਜੀਵਨ 'ਚ ਪੂਰਾ ਕੀਤਾ। ਉਸੇ ਤਰ੍ਹਾਂ ਪਰਮੇਸ਼ਰ ਵੀ ਸਾਡੇ ਜੀਵਨਾਂ ਦੇ ਵਿੱਚ ਸਾਨੂੰ ਪ੍ਰਭੂ ਯਿਸੂ ਮਸੀਹ ਦੀ ਵਾਂਗੂ ਕੀ ਕਰਦਾ ਆ? ਪਿਆਰ ਕਰਦਾ ਆ। ਹੁਣ ਤੁਸੀਂ ਦੇਖੋ ਨਾ, ਚਾਰ ਚੀਜ਼ਾਂ ਦਸੀਆਂ। ਕਹਿੰਦਾ ਅਸੀਂ ਉਹਦੇ ਪੁੱਤਰ ਹਾਂ, ਫਿਰ ਅਸੀਂ ਉਹਦੇ ਅਧਿਕਾਰੀ ਹਾਂ, ਫਿਰ ਅਸੀਂ ਪਰਮੇਸ਼ਰ ਦੇ ਅਧਿਕਾਰੀ ਹਾਂ, ਫਿਰ ਮਸੀਹ ਯਿਸੂ ਦੇ ਨਾਲ ਕੀ ਆ? ਸਾਂਝੇ ਅਧਿਕਾਰੀ ਹਾਂ। ਪਰ ਇੱਕ ਗੱਲ ਲਿਖੀ ਹੈ ਥੱਲੇ, ਪੜ੍ਹੀਏ। ਮਸੀਹ ਦੇ ਨਾਲ ਸਾਂਝੇ ਅਧਿਕਾਰੀ। ਹਾਂ, ਪਰ ਤਾਂ ਹੀ ਇਹਨੂੰ ਵੀ ਇਹ ਸਭ ਚਾਰ ਚੀਜ਼ਾਂ ਮਿਲਣ ਲੱਗਿਆ ਵੀ ਇੱਕ ਸ਼ਰਤ ਆ, ਇੱਕ ਕੰਮ ਆ। ਪਰ ਤਦ ਹੀ ਜੇ ਅਸੀਂ ਉਹਦੇ ਨਾਲ ਦੁੱਖ ਚੱਲੀਏ। ਜੇ ਅਸੀਂ ਉਹਦੇ ਨਾਲ ਕੀ ਕਰੀਏ? ਦੁੱਖ ਚੱਲੀਏ। ਭਈ ਉਹਦੇ ਨਾਲ ਅਸੀਂ ਵਡਿਆਈਏ ਜਾਈਏ। ਉਹਦੇ ਨਾਲ ਅਸੀਂ ਕੀ ਕੀਤੇ ਜਾਈਏ? ਵਡਿਆਏ ਜਾਈਏ। ਮੇਰੇ ਪਿਆਰਿਓ, ਮਸੀਹ ਜੀਵਨ 'ਚ ਦੁੱਖ ਆਵੇਗਾ। ਯਿਸੂ ਮਸੀਹ ਦੇ ਬਾਰੇ ਪੜ੍ਹਦੇ ਆ, ਸੋਗ ਦਾ ਜਾਣੂ, ਕਸ਼ਟ ਦਾ ਜਾਣੂ। ਲਿਖਿਆ ਐਸਾ ਸੀ ਕਿ ਜਦੋਂ ਅਸੀਂ ਉਹਦੇ ਵੱਲ ਵੇਖੀਏ ਕੋਈ ਸਹਾਪਣ ਨਹੀਂ, ਮਨੁੱਖਾਂ ਵੱਲੋਂ ਤਿਆਗਿਆ ਹੋਇਆ। ਇਸੇ ਤਰ੍ਹਾਂ ਤੁਹਾਡੇ ਜੀਵਨ ਦੇ ਉਹਨੇ ਇਹ ਵੀ ਲਿਖਿਆ, ਕਹਿੰਦਾ ਉਹਨੂੰ ਪਾਇਆ ਕਿ ਆਪਣੇ ਪੁੱਤਰ ਨੂੰ ਕੁਚਲੇ ਤੇ ਸੋਗ ਵਿੱਚ ਕੀ ਕਰੇ। ਜਦ ਤੱਕ ਤੁਹਾਡੇ ਤੇ ਕਸ਼ਟ ਨਹੀਂ ਆਉਂਦਾ, ਜਦ ਤੱਕ ਤੁਹਾਡੇ ਤੇ ਮੁਸੀਬਤ ਨਹੀਂ ਆਉਂਦੀ, ਤਦ ਤੱਕ ਮਹਿਮਾ ਵੀ ਨਹੀਂ ਆਵੇਗੀ। ਇਹ ਸਾਫ਼ ਲਿਖਿਆ। ਕਹਿੰਦਾ ਪਰ ਤਦੇ ਹੀ ਜੇਕਰ ਅਸੀਂ ਉਹਦੇ ਨਾਲ ਕੀ ਕੀਤੇ ਜਾਈਏ? ਪੜੋ ਨਾ ਅੱਗੇ, ਫਿਰ ਇੱਕ ਲਾਈਨ ਲਿਖੀ ਬੜੇ ਵਧੀਆ, ਦੁਬਾਰਾ ਇਸ ਲਾਈਨ ਨੂੰ ਪੜੋ। ਪਰ ਤਦੇ ਜੇ ਅਸੀਂ ਉਹਦੇ ਨਾਲ ਦੁੱਖ ਚੱਲੀਏ। ਪਰ ਤਦੇ ਜੇਕਰ ਅਸੀਂ ਉਹਦੇ ਨਾਲ ਕੀ ਚੱਲੀਏ? ਦੁੱਖ ਚੱਲੀਏ। ਹਾਂ, ਭਈ ਉਹਦੇ ਨਾਲ ਅਸੀਂ ਵਡਿਆਏ ਜਾਈਏ। ਉਹਦੇ ਨਾਲ ਕੀ ਕਰੀਏ? ਅਸੀਂ ਯਿਸੂ ਮਸੀਹ ਨੇ ਦੁੱਖ ਝੱਲਿਆ ਹੀ, ਪਿਤਾ ਨੇ ਉਹਨੂੰ ਵਡਿਆਇਆ। ਅੱਜ ਅਸੀਂ ਦੁੱਖਾਂ ਤੋਂ ਪਰੇਸ਼ਾਨ ਹੁੰਨੇ ਆ, ਅੱਜ ਅਸੀਂ ਦੁੱਖਾਂ ਤੋਂ ਡਰਦੇ ਆ, ਘਬਰਾਉਂਦੇ ਆ। ਪਰ ਮੇਰੇ ਪਿਆਰਿਓ, ਮਸੀਹੀ ਜੀਵਨ ਸਿਰਫ ਸੁੱਖ ਆਰਾਮ ਲੈਣ ਦਾ ਜੀਵਨ ਨਹੀਂ ਆ। ਕਈ ਸਮੇਂ ਆਉਣਗੇ ਜਦੋਂ ਤੁਹਾਨੂੰ ਕਸ਼ਟ, ਮੁਸੀਬਤ, ਪਰੇਸ਼ਾਨੀ ਔਰ ਦੁੱਖਾਂ ਚੋਂ ਕੀ ਕਰਨਾ ਪਵੇਗਾ? ਲੰਘਣਾ ਪਵੇਗਾ। ਪਰ ਯਾਦ ਰੱਖਿਓ, ਉਹ ਦੁੱਖਾਂ, ਮੁਸੀਬਤਾਂ, ਪਰੇਸ਼ਾਨੀਆਂ ਚੋਂ ਲੰਘਣ ਦਾ ਜਿਹੜਾ ਸਮਾਂ ਹੋਵੇਗਾ ਨਾ, ਉਹ ਤੁਹਾਨੂੰ ਚਮਕਾਵੇਗਾ ਵੀ, ਉਹ ਤੁਹਾਨੂੰ ਮਹਿਮਾ ਵੀ ਦੇਵੇਗਾ ਔਰ ਉਹ ਤੁਹਾਨੂੰ ਅਨੰਤ ਮਹਿਮਾ 'ਚ ਪ੍ਰਵੇਸ਼ ਵੀ ਕਰਵਾਵੇਗਾ। ਇਸ ਕਾਰਨ ਦੁੱਖਾਂ, ਮੁਸੀਬਤਾਂ, ਪਰੇਸ਼ਾਨੀਆਂ ਤੋਂ ਘਬਰਾਉਣਾ ਨਹੀਂ। ਵਚਨ ਕਹਿੰਦਾ ਨਾ, ਇਹ ਜੋ ਬਿਪਤਾ ਦਾ ਲਾਂਬੂ ਤੁਹਾਨੂੰ ਪਰਖਣ ਲਈ ਕੀ ਕੀਤਾ ਹੋਇਆ ਆ, ਇਹਨੂੰ ਅਚਰਜ ਨਾ ਮੰਨਿਓ, ਇਹਦੇ ਤੋਂ ਹੈਰਾਨ ਨਾ ਹੋਇਓ। ਇਹ ਹੋਣਾ ਹੀ ਹੋਣਾ ਆ ਔਰ ਇਹ ਹੋਏਗਾ ਤੇ ਤੁਹਾਡੇ ਲਈ ਫਾਇਦਾ ਲੈ ਕੇ ਆਵੇਗਾ। ਔਰ ਕਹਿੰਦਾ ਜੇ ਇਹਦਾ ਮਤਲਬ ਕੀ ਆ? ਕਹਿੰਦਾ ਜੇਕਰ ਤੁਸੀਂ ਉਹਦੇ ਪੁੱਤਰ ਹੋ ਤੇ ਕਦੇ ਵੀ ਤੁਸੀਂ ਮੁਸੀਬਤਾਂ, ਪਰੇਸ਼ਾਨੀਆਂ ਤੋਂ ਘਬਰਾਓਗੇ ਨਹੀਂ, ਕਿਉਂਕਿ ਉਹਦਾ ਪੁੱਤਰ ਜਿਹੜਾ ਉਹਨੇ ਭੇਜਿਆ ਸੀ, ਇਕਲੌਤਾ ਪੁੱਤਰ ਜਿਹੜਾ ਪ੍ਰਭੂ ਯਿਸੂ ਮਸੀਹ ਜਦੋਂ ਉਹਨੇ ਭੇਜਿਆ ਸੀ, ਉਹ ਵੀ ਘਬਰਾਇਆ ਨਹੀਂ ਸੀ। ਉਹ ਵੀ ਕਹਿੰਦਾ ਪ੍ਰਭੂ ਜੇਕਰ ਤੇਰੀ ਮਰਜ਼ੀ ਆ ਤੇ ਇਹ ਪਿਆਲਾ ਕੀ ਕਰਾਂਗਾ? ਮੈਂ ਪੀਵਾਂਗਾ। ਪਰ ਮੇਰੇ ਸਵਰਗੀ ਬਾਪ,
ਤੇਰੀ ਹੀ ਮਰਜ਼ੀ ਕੀ ਹੋਵੇ। ਕਹਿੰਦਾ ਤੁਹਾਨੂੰ ਅਧਿਕਾਰੀ ਬਣਾਵਾਂਗਾ ਮੈਂ, ਜਿਹੜਾ ਹੱਕ ਖੋਹ ਲਿਆ ਸੀ, ਜਿਹੜਾ ਅਧਿਕਾਰ ਖੋਹ ਲਿਆ ਸੀ, ਮੈਂ ਦਵਾਂਗਾ, ਪਰ ਹੁਣ ਤਦੇ ਹੀ ਜੇਕਰ ਤੁਸੀਂ ਉਹਦੇ ਨਾਲ ਕੀ ਕਰੋ, ਦੁੱਖ ਚਲੋ। ਆइए वचन पढ़ते हैं, यूहन्ना दी इंजील 1 बाब ਉਹਦਾ 12 वचन। ਪਰ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ, ਹਾਂ ਕਹਿੰਦਾ ਹੁਣ ਉਹਦੇ ਪੁੱਤਰ ਹੋਣ ਦਾ ਹੱਕ ਕਿਹਨਾਂ ਨੂੰ ਮਿਲੇਗਾ? ਇਸ ਗੱਲ ਨੂੰ ਯਾਦ ਰੱਖਿਓ, ਪੁੱਤਰ ਹੋਣ ਦਾ ਹੱਕ ਦੇਵੇਗਾ, ਪਰ ਉਹਦੇ ਵਾਸਤੇ ਦੋ ਗੱਲਾਂ ਨੇ, ਦੋ ਸ਼ਰਤਾਂ ਹੋਰ ਨੇ ਜਿਹੜੀਆਂ ਪੂਰੀਆਂ ਕਰਨੀਆਂ ਪੈਣੀਆਂ ਨੇ। ਪੜੋ ਜੀ। ਪਰ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ, ਇਹ ਪੜ ਰਹੇ ਅਸੀਂ यूहन्ना ਦੀ इंजील 1 ਦਾ 2 1 ਦਾ 12। ਹਾਂ ਉਸ ਨੇ ਉਹਨਾਂ ਨੂੰ ਪੁੱਤਰ ਹੋਣ ਦਾ ਹੱਕ ਦਿੱਤਾ, ਹਾਂ ਅਰਥਾਤ ਜਿਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਹਚਾ ਕੀਤੀ। ਹਾਂ ਇੱਥੇ ਦੋ ਚੀਜ਼ਾਂ ਦੱਸਦਾ ਪਰਮੇਸ਼ਰ ਦਾ ਵਚਨ। ਕਹਿੰਦਾ ਜਿੰਨਿਆਂ ਨੇ ਉਹਨੇ ਆਪਣੇ ਪੁੱਤਰ ਹੋਣ ਦਾ ਹੱਕ ਉਹਨਾਂ ਨੂੰ ਦਿੱਤਾ। ਯਾਦ ਰੱਖੋ, ਉਹ ਆਪਣੇ ਪੁੱਤਰ ਹੋਣ ਦਾ ਹੱਕ ਉਹਨਾਂ ਨੂੰ ਦੇਵੇਗਾ, ਨੰਬਰ 1, ਜਿਹੜੇ ਉਹਨੂੰ ਕੀ ਕਰਨਗੇ? ਕਬੂਲ ਕਰਨਗੇ। ਇਹ ਵਚਨ ਕੀ ਕਹਿ ਰਿਹਾ? ਕਹਿੰਦਾ ਮੈਂ ਆਪਣੇ ਪੁੱਤਰ ਹੋਣ ਦਾ ਹੱਕ ਉਹਨਾਂ ਨੂੰ ਦਵਾਂਗਾ, ਅਰਥਾਤ ਦਾ ਮਤਲਬ ਉਹਨਾਂ ਨੂੰ, ਮਤਲਬ ਕਿ ਜਿਹੜੇ ਨੰਬਰ 1 ਮੈਨੂੰ ਕੀ ਕਰਨਗੇ? ਕਬੂਲ ਕਰਨਗੇ, ਔਰ ਨੰਬਰ 2 ਜਿਹੜੇ ਮੇਰੇ ਨਾਮ ਤੇ ਕੀ ਕਰਨਗੇ? ਨੇਚਾ ਕਰਨ। ਕੀ ਤੁਸੀਂ ਦੋ ਕੰਮ ਇਹ ਕਰਦੇ ਹੋ? ਜੇਕਰ ਤੁਸੀਂ ਇਹ ਦੋ ਕੰਮ ਕਰਦੇ ਹੋ, ਜੇਕਰ ਇਹ ਦੋ ਕੰਮ ਤੁਹਾਡੇ ਜੀਵਨ 'ਚ ਨੇ, ਤੁਸੀਂ ਉਹਦੇ ਪੁੱਤਰ ਹੋ। ਕੀ ਕਹਿੰਦਾ ਪਰਮੇਸ਼ਰ? ਪੜ੍ਹੀਏ, ਦੁਬਾਰਾ ਪੜ੍ਹੀਏ, यूहन्ना 1 ਦਾ 12। ਪਰ ਗੌਰ ਨਾਲ ਸੁਣੀਏ, ਜੇਕਰ ਤੁਹਾਡੇ ਕੋਲ ਬਾਈਬਲ ਪੜ੍ਹ ਇਹਨੂੰ ਵੇਖੀਏ ਵਚਨ ਕਹਿ ਕੀ ਰਿਹਾ ਹੈ। ਹਾਂਜੀ। ਪਰ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ, ਪਰ ਜਿਨ੍ਹਾਂ ਨੇ ਉਹਨੂੰ ਕਬੂਲ ਕੀਤਾ, ਉਸ ਨੇ ਉਹਨਾਂ ਨੂੰ ਪਰਮੇਸ਼ਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ। ਕਹਿੰਦਾ ਜਿਹੜੇ ਉਹਨੂੰ ਕਬੂਲ ਕਰਨਗੇ ਉਹਨਾਂ ਨੂੰ ਉਹ ਆਪਣੇ ਪੁੱਤਰ ਹੋਣ ਦਾ ਕੀ ਦੇਵੇਗਾ? ਹੱਕ ਦੇਵੇਗਾ। ਹਾਂ, ਅਰਥਾਤ ਜਿਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਹਚਾ ਕੀਤੀ। ਔਰ ਦੂਸਰੇ ਜਿਨ੍ਹਾਂ ਨੇ ਉਹਦੇ ਨਾਮ ਤੇ ਕੀ ਕੀਤੀ ਆ? ਨਿਹਚਾ ਕੀਤੀ ਆ। ਅੱਜ ਅਸੀਂ ਵੇਖਾਂਗੇ ਉਹਦੇ ਪੁੱਤਰ ਹੋਣ ਨੂੰ ਕਬੂਲ ਕਰਨਾ। ਜੇਕਰ ਅਸੀਂ ਉਹਦੇ ਪੁੱਤਰ ਹੋਣ ਨੂੰ ਕਬੂਲ ਕਰਦੇ ਆ ਤੇ ਉਹ ਵੀ ਸਾਨੂੰ ਆਪਣਾ ਪੁੱਤਰ ਕਬੂਲ ਕਰੇਗਾ। ਸਿੰਪਲ ਦੋ ਗੱਲਾਂ ਨੇ। ਕਹਿੰਦਾ ਜੇਕਰ ਤੁਸੀਂ ਉਹਨੂੰ ਕਬੂਲ ਕਰਦੇ ਹੋ, ਉਹ ਤੁਹਾਨੂੰ ਕੀ ਕਰੇਗਾ? ਆਪਣਾ ਪੁੱਤਰ ਕਬੂਲ ਕਰੇਗਾ। ਜੇਕਰ ਤੁਸੀਂ ਉਹਦੇ ਨਾਮ ਤੇ ਨਿਹਚਾ ਕਰਦੇ ਹੋ, ਉਹ ਤੁਹਾਨੂੰ ਕੀ ਕਰੇਗਾ? ਆਪਣਾ ਪੁੱਤਰ ਕਬੂਲ ਕਰੇਗਾ। ਤਾਂ ਹੀ ਤੇ ਜਦੋਂ ਅਸੀਂ ਪੜਿਆ ਸੀ ਨਾ ਦੂਸਰਾ ਕਰੰਥੀਆਂ 6 ਦੀ 18, ਪੜ੍ਹੀਏ ਜਰਾ ਹੁਣ ਦੁਬਾਰਾ। ਦੂਸਰਾ ਕਰੰਥੀਆਂ 6 ਬਾਬ 18 ਵਚਨ, ਹਿੰਦੀ ਔਰ ਪੰਜਾਬੀ ਦੋਨਾਂ ਭਾਸ਼ਾਵਾਂ ਦੇ ਵਿੱਚ। ਅਰ ਤੁਹਾਡਾ ਪਿਤਾ ਹੋਵਾਂਗਾ। ਕਹਿੰਦਾ ਫੇਰ ਮੈਂ ਤੁਹਾਡਾ ਕੀ ਹੋਵਾਂਗਾ? ਜੇਕਰ ਤੁਸੀਂ ਮੈਨੂੰ ਕਬੂਲ ਕਰੋਗੇ, ਤੁਸੀਂ ਮੇਰੇ ਨਾਮ ਉੱਤੇ ਨਿਹਚਾ ਕਰੋਗੇ, ਤੇ ਫੇਰ ਮੈਂ ਤੁਹਾਡਾ ਕੀ ਹੋਵਾਂਗਾ? ਪਿਤਾ ਹੋਵਾਂਗਾ, ਤੇ ਤੁਸੀਂ ਮੇਰੇ ਪੁੱਤਰ ਧੀਆਂ ਹੋਵੋਗੇ। ਤੁਸੀਂ ਮੇਰੇ ਕੀ ਹੋਵੋਗੇ? ਪੁੱਤਰ ਧੀਆਂ ਹੋਵੋਗੇ। ਹਾਲੇਲੂਇਆ, ਹਾਲੇਲੂਇਆ। ਸਮਝ ਆ ਰਹੀ ਹੈ ਜੀ? ਸਿੰਪਲ ਦੋ ਗੱਲਾਂ ਨੇ। ਸਭ ਤੋਂ ਪਹਿਲਾਂ ਤੇ ਯੀਸ਼ੂ ਮਸੀਹ ਨੂੰ ਸਾਨੂੰ ਕੀ ਕਰਨਾ ਪੈਣਾ ਆ? ਕਬੂਲ ਕਰਨਾ ਪੈਣਾ। ਫਿਰ ਦੂਸਰਾ, ਉਹਦੇ ਨਾਮ ਤੇ ਸਾਨੂੰ ਕੀ ਕਰਨੀ ਪੈਣੀ ਆ? ਨਿਹਚਾ ਕਰਨੀ ਪੈਣੀ ਆ। ਹੁਣ ਯਿਸੂ ਮਸੀਹ ਨੂੰ ਕਬੂਲ ਕਰਨਾ ਕੀ ਆ? ਉਹਨੂੰ ਕਬੂਲ ਕਰਨ ਦਾ ਮਤਲਬ ਕਿ ਜਦੋਂ ਉਹ ਜਿਸ ਵੀ ਰੂਪ 'ਚ ਆਪਣੇ ਆਪ ਨੂੰ ਤੁਹਾਡੇ ਤੇ ਪ੍ਰਗਟ ਕਰੇ ਨਾ, ਜਦੋਂ ਉਹ ਆਪਣੇ ਆਪ ਨੂੰ ਤੁਹਾਡੇ ਤੇ ਪ੍ਰਗਟ ਕਰੇ ਤੇ ਉਹਦਾ ਆਪਣੇ ਜੀਵਨ 'ਚ ਸਵਾਗਤ ਕਰਨਾ ਜੈਸਾ ਉਹ ਹੈ, ਉਹਨੂੰ ਕਬੂਲ ਕਰਨ ਦਾ ਮਤਲਬ ਯਾਦ ਰੱਖੋ ਕਿ ਜਦੋਂ ਉਹ ਆਪਣੇ ਆਪ ਨੂੰ ਸਾਡੇ ਤੇ ਪ੍ਰਗਟ ਕਰੇ ਤੇ ਜਿਸ ਤਰ੍ਹਾਂ ਦਾ ਉਹ ਹੈ, ਜੋ ਉਹ ਹੈ, ਉਹਨੂੰ ਉਸੇ ਤਰ੍ਹਾਂ ਦਾ ਹੀ ਆਪਣੇ ਜੀਵਨ 'ਚ ਕਬੂਲ ਕਰਨਾ ਔਰ ਉਹਦਾ ਸਵਾਗਤ ਕਰਨਾ। ਪ੍ਰਭੂ ਮੈਂ ਤੇਰਾ ਸਵਾਗਤ ਕਰਦਾ ਹਾਂ, ਕਹਿਣ ਦਾ ਮਤਲਬ। ਜੇਕਰ ਤੁਹਾਡੇ ਜੀਵਨ 'ਚ ਇੱਕ ਮੁਕਤੀਦਾਤਾ ਬਣ ਕੇ ਆਉਂਦਾ ਨਾ, ਤੇ ਤੁਹਾਨੂੰ ਉਹਦੀ ਮੁਕਤੀ ਨੂੰ ਕੀ ਕਰਨਾ ਪੈਣਾ ਆ? ਕਬੂਲ ਕਰਨਾ ਪੈਣਾ। ਜੇਕਰ ਤੁਹਾਡੇ ਜੀਵਨ 'ਚ ਉਹ ਤੁਹਾਨੂੰ ਇੱਕ ਚਲਾਉਣ ਵਾਲਾ ਮਾਰਗਦਰਸ਼ਕ ਜਾਂ ਲੀਡਰ ਬਣ ਕੇ ਆਉਂਦਾ ਆ, ਤੇ ਤੁਹਾਨੂੰ ਉਹਦੀ ਅਗਵਾਈ ਨੂੰ ਕਬੂਲ ਕਰਨਾ ਪੈਣਾ ਆ। ਪਹਿਲੀ ਗੱਲ, ਸਭ ਤੋਂ ਪਹਿਲਾਂ ਉਹਨੂੰ ਇੱਕ ਮੁਕਤੀਦਾਤੇ ਵਜੋਂ ਕੀ ਕਰਨਾ ਪੈਣਾ? ਸਾਨੂੰ ਕਬੂਲ ਕਰਨਾ ਪੈਣਾ, ਉਹਦੀ ਮੁਕਤੀ ਨੂੰ ਕਬੂਲ ਕਰਨਾ ਪੈਣਾ। ਔਰ ਦੂਸਰਾ, ਇੱਕ ਲੀਡਰ ਦੇ ਤੌਰ ਤੇ ਉਹਨੂੰ ਆਪਣਾ ਅਗਵਾਈ ਕਰਨ ਵਾਲਾ ਕੀ ਕਰਨਾ ਪੈਣਾ?
ਪਰ ਅੱਜ ਮੁਸ਼ਕਲ ਕੀ ਆ? ਅੱਜ ਅਸੀਂ ਚਾਹੁੰਦੇ ਆ ਸਾਡੇ ਕੋਲ ਸਿਰਫ ਉਹਦਾ ਨਾਮ ਹੋਵੇ, ਅਸੀਂ ਸਿਰਫ ਉਹਦੇ ਨਾਮ ਤੋਂ ਸਦਾਏ ਜਾਈਏ, ਉਹਦੀ ਅਗਵਾਈ ਨਹੀਂ ਚਾਹੀਦੀ। ਕਿਉਂਕਿ ਉਹਦੀ ਅਗਵਾਈ ਕੀ ਆ? ਜੋ ਜ਼ਬੂਰ 23 ਦੇ ਵਿੱਚ ਅਸੀਂ ਦੇਖਦੇ ਆ, ਕਹਿੰਦਾ ਯਹੋਵਾ ਮੇਰਾ ਕੀ ਆ? ਮੈਨੂੰ ਕੀ ਨਹੀਂ ਹੋਵੇਗੀ? ਚਾਹੇ ਮੈਂ ਮੌਤ ਦੀ ਛਾਂ ਦੀ ਵਾਦੀ 'ਚ ਫਿਰਾਂ, ਉਹਦੀ ਅਗਵਾਈ ਦੇ ਵਿੱਚ ਕੀ ਹੋਵੇਗਾ? ਕਈ ਵਾਰ ਮੌਤ ਦੀ ਛਾਂ ਦੀ ਵਾਦੀ ਵੀ ਕੀ ਕਰੇਗੀ? ਔਰ ਆਪਣੇ ਨਾਮ ਦੇ ਨਿਮਿਤ, ਆਪਣੇ ਨਾਮ ਦੇ ਵਿੱਚ ਸਾਡੀ ਅਗਵਾਈ ਕਰੇਗਾ। ਮੇਰੇ ਪਿਆਰਿਓ, ਉਹਦੀ ਅਗਵਾਈ ਹੀ ਤੇ ਸਭ ਤੋਂ ਔਖੀ ਆ। ਜੇਕਰ ਉਹਦੀ ਅਗਵਾਈ ਵੇਖਣੀ ਆ ਤੇ ਇਸਰਾਏਲੀਆਂ ਨੂੰ ਪੁੱਛੋ। ਉਹਦੀ ਅਗਵਾਈ ਵੇਖਣੀ ਆ ਤਾਂ ਮਿਸਰ ਦੇ ਵਿੱਚੋਂ ਇਸਰਾਏਲੀਆਂ ਦਾ ਕਨਾਨ ਦੇਸ਼ ਜਾਣ ਦਾ ਸਫ਼ਰ ਵੇਖੋ, ਕਿਸ ਤਰ੍ਹਾਂ ਅਗਵਾਈ ਕਰਦਾ ਸੀ। ਰਾਤ ਨੂੰ ਅੱਗ ਦਾ ਖੰਭਾ ਔਰ ਦਿਨੇ ਬੱਦਲ ਦਾ ਛਾਇਆ ਬਣਦਾ ਸੀ। ਔਰ ਬੱਦਲ ਕਿਸ ਤਰੀਕੇ ਦਾ? ਜਿੱਥੇ ਬੱਦਲ ਖਲੋਂਦਾ ਸੀ ਉਹਨਾਂ ਨੂੰ ਵੀ ਖਲੋਣਾ ਪੈਂਦਾ ਸੀ, ਤੇ ਜਿੱਥੇ ਜਿੱਥੇ ਬੱਦਲ ਚੱਲਦਾ ਸੀ ਉਹਨਾਂ ਨੂੰ ਨਾਲ ਨਾਲ ਕੀ ਕਰਨਾ ਪੈਂਦਾ ਸੀ? ਕਈ ਵਾਰ ਦੇਖਦੇ ਸੀ ਬੱਦਲ ਚੱਲ ਰਿਹਾ ਆ, ਨਾਲ ਚੱਲਣਾ ਪੈਂਦਾ। ਬੱਦਲ ਰੁਕ ਗਿਆ, ਰੁਕ ਗਏ। ਕਈ ਵਾਰ ਬੱਦਲ ਹਫਤਾ 10 ਮਹੀਨਾ ਦਿਨ ਰੁਕਿਆ ਰਹਿੰਦਾ ਸੀ। ਤੇ ਕਈ ਵਾਰ ਇਸ ਤਰ੍ਹਾਂ ਹੁੰਦਾ ਸੀ ਕਿ ਹੁਣੇ ਬੱਦਲ ਰੁਕਿਆ, ਹਜੇ ਉਹਨਾਂ ਨੇ ਆਪਣਾ ਸਮਾਨ ਹੀ ਖੋਲਿਆ ਆ ਤੇ ਬੱਦਲ ਫੇਰ ਕੀ ਹੋ ਗਿਆ। ਕਈ ਵਾਰ 10 ਦਿਨ ਦੀ ਰੈਸਟ ਤੇ ਕਈ ਵਾਰ 1 ਮਿੰਟ ਦੀ ਰੈਸਟ ਵੀ ਨਹੀਂ ਸੀ ਹੁੰਦੀ। ਇਸੇ ਤਰ੍ਹਾਂ ਤੁਹਾਡੇ ਜੀਵਨ ਦੇ ਵਿੱਚ ਜਦੋਂ ਉਹ ਇੱਕ ਅਗਵਾਈ ਕਰਨ ਵਾਲਾ ਬਣ ਕੇ ਆਏਗਾ ਨਾ, ਤੇ ਮਰਜ਼ੀ ਉਹਦੀ ਚੱਲੇਗੀ। ਕਿਸੇ ਕਹਿ ਸਕਦੇ ਪ੍ਰਭੂ ਮੈਂ ਇੱਕ ਮਿੱਟੀ ਹਾਂ ਤੇ ਤੂੰ ਕੁਮਾਰ ਹੈ, ਤੂੰ ਜਿਸ ਤਰ੍ਹਾਂ ਚਾਹੇ ਮੈਨੂੰ ਬਣਾ, ਤੂੰ ਜਿਸ ਤਰ੍ਹਾਂ ਚਾਹੇ ਮੈਨੂੰ ਚਲਾ, ਮੈਂ ਕੁਝ ਨਹੀਂ ਬੋਲਾਂਗਾ। ਮੈਂ ਤੈਨੂੰ ਆਪਣਾ ਮੁਕਤੀਦਾਤਾ ਔਰ ਮੈਂ ਤੈਨੂੰ ਆਪਣਾ ਅਗਵਾਈ ਕਰਨ ਵਾਲਾ ਜਾਂ ਮਾਰਗਦਰਸ਼ਕ ਕੀ ਕਰ ਲਿਆ ਆ? ਕਬੂਲ ਕਰ ਲਿਆ ਆ। ਤੇ ਹੁਣ ਮੇਰੇ ਜੀਵਨ 'ਚ ਮੇਰੇ ਮਾਰਗਦਰਸ਼ਕ ਦੀ ਤੇ ਮੇਰੇ ਮੁਕਤੀਦਾਤੇ ਦੀ ਹੀ ਮਰਜ਼ੀ ਕੀ ਹੋਵੇਗੀ? ਪੂਰੀ ਹੋਵੇਗੀ। ਕਿ ਇਸ ਤਰੀਕੇ ਨਾਲ ਕਬੂਲ ਕੀਤਾ। ਜੇ ਤੁਹਾਡੇ ਜੀਵਨ 'ਚ ਉਹ ਮੁਹੱਈਆ ਕਰਨ ਵਾਲਾ ਬਣ ਕੇ ਆਇਆ ਆ, ਅਸੀਂ ਕਹਿੰਦੇ ਯਹੋਵਾ ਜਿਹੜੀ ਮੁਹੱਈਆ ਕਰਦਾ, ਤੇ ਉਹਦੀਆਂ ਮੁਹੱਈਆ ਕਰਨ ਦੇ ਤਰੀਕੇ ਨੂੰ ਵੀ ਤੁਹਾਨੂੰ ਕੀ ਕਰਨਾ ਪੈਣਾ ਆ? ਕਬੂਲ ਕਰਨਾ ਪੈਣਾ ਆ। ਇਹ ਮੁਹੱਈਆ ਕਰਨ ਦਾ ਤਰੀਕਾ ਕਬੂਲ ਕਰਨ ਦਾ ਮਤਲਬ ਕੀ ਆ? ਪਰਮੇਸ਼ਰ ਨੇ ਹਰ ਇੱਕ ਦੀ ਸੇਵਾ ਵੀ ਔਰ ਪਰਮੇਸ਼ਰ ਨੇ ਹਰ ਇੱਕ ਦਾ ਆਤਮਿਕ ਜੀਵਨ ਵੀ ਜਾਂਚਿਆ, ਪਰਖਿਆ ਔਰ ਸਾਰੀ ਪਲਾਨਿੰਗ ਕੀਤੀ ਹੋਈ ਆ। ਉਹਨੇ ਜੋ ਕੁਝ ਸਾਧਨ ਜਾਂ ਪ੍ਰਾਵਧਾਨ ਜਾਂ ਕੁਝ ਜੋ ਵੀ ਤੁਹਾਨੂੰ ਦੇਣਾ ਆ, ਪਰਮੇਸ਼ਰ ਨੂੰ ਪਤਾ ਆ। ਪਰ ਅਸੀਂ ਦੂਸਰਿਆਂ ਦਾ ਜੀਵਨ ਵੇਖ ਕੇ, ਅਸੀਂ ਦੂਸਰਿਆਂ ਦੀਆਂ ਗੱਲਾਂ ਵੇਖ ਕੇ ਅਸੀਂ ਉਹਨਾਂ ਵੱਲ ਆਕਰਸ਼ਿਤ ਹੁੰਦੇ ਆ। ਖਾਸ ਕਰਕੇ ਸੇਵਕਾਂ ਦੀ ਸੇਵਕਾਈ, ਹਰ ਸੇਵਕ ਦੀ ਸੇਵਕਾਈ ਅਲੱਗ-ਅਲੱਗ ਆ। ਹਰ ਸੇਵਕ ਦੀ ਸੇਵਕਾਈ ਮੇਰੀ ਅਲੱਗ ਆ, ਤੁਹਾਡੀ ਅਲੱਗ ਆ। ਜੇਕਰ ਕੋਈ ਸੇਵਕ ਸੁਣਦਾ ਉਹਦੀ ਅਲੱਗ ਆ। ਮੈਂ ਤੁਹਾਡੀ ਸੇਵਕਾਈ ਵੱਲ ਵੇਖ ਕੇ ਆਕਰਸ਼ਿਤ ਨਹੀਂ ਹੋ ਸਕਦਾ, ਤੇ ਤੁਸੀਂ ਮੇਰੀ ਸੇਵਕਾਈ ਵੱਲ ਵੇਖ ਕੇ ਪ੍ਰਭਾਵਿਤ ਨਹੀਂ ਹੋ ਸਕਦੇ। ਜੇਕਰ ਤੁਹਾਡੀ ਸੇਵਕਾਈ ਦੇ ਵਿੱਚ ਕਾਰ ਰੱਖੀ ਹੋਈ ਹੈ, ਤੁਹਾਡੀ ਸੇਵਕਾਈ ਦੇ ਵਿੱਚ ਹਵਾਈ ਜਹਾਜ਼ ਰੱਖੇ ਹੋਏ ਨੇ, ਤੁਹਾਡੀ ਸੇਵਕਾਈ ਦੇ ਵਿੱਚ ਚੰਗੀਆਂ ਜੋ ਵੀ ਸਹੂਲਤਾਂ ਨੇ ਰੱਖੀਆਂ ਹੋਈਆਂ ਨੇ, ਉਹਦੇ ਨਾਲ ਮੈਨੂੰ ਕੋਈ ਪ੍ਰੋਬਲਮ ਨਹੀਂ ਔਰ ਮੈਨੂੰ ਕੋਈ ਵੀ ਉਹਦੇ ਤੇ ਕਿਸੇ ਵੀ ਤਰੀਕੇ ਦੀ ਨਜ਼ਰ ਨਹੀਂ ਹੋਣੀ ਚਾਹੀਦੀ। ਸ਼ਾਇਦ ਮੇਰੀ ਸੇਵਕਾਈ ਦੇ ਵਿੱਚ ਪੈਦਲ ਚੱਲਣਾ ਲਿਖਿਆ ਹੋਵੇ, ਸ਼ਾਇਦ ਮੇਰੀ ਸੇਵਕਾਈ ਦੇ ਵਿੱਚ ਇੱਕ ਸਾਈਕਲ ਲਿਖਿਆ ਹੋਵੇ, ਔਰ ਮੈਂ ਕੀ ਲੱਭਦਾ ਫਿਰਦਾ ਕਿ ਨਹੀਂ, ਮੈਂ ਵੀ ਹੈਲੀਕਾਪਟਰ ਮੈਨੂੰ ਵੀ ਚਾਹੀਦੇ ਨੇ, ਔਰ ਮੈਨੂੰ ਵੀ ਜਹਾਜ਼ਾਂ ਦੇ ਝੂਟੇ ਚਾਹੀਦੇ ਨੇ, ਔਰ ਮੈਨੂੰ ਵੀ ਕਾਰਾਂ ਗੱਡੀਆਂ ਚਾਹੀਦੀਆਂ ਨੇ। ਫਿਰ ਉਸ ਮੁਹੱਈਆ ਕਰਨ ਵਾਲੇ ਤੇ ਸਾਡਾ ਕੀ ਨਹੀਂ ਆ? ਉਹ ਯਹੋਵਾ ਸਾਡਾ ਯਹੋਵਾ ਜੀਰੇ ਨਹੀਂ ਆ। ਫਿਰ ਤੇ ਅਸੀਂ ਸੋਚਿਆ ਨਾ, ਅਸੀਂ ਪਲਾਨਿੰਗ ਬਣਾ ਰਹੇ, ਪ੍ਰਭੂ ਤੂੰ ਮੇਰੇ ਜੀਵਨ ਚ ਆ ਕਰ, ਤੂੰ ਮੈਨੂੰ ਆ ਦੇ। ਏਲੀਆ ਕਰੀਦ ਦੇ ਨਾਲੇ ਤੇ ਗਿਆ, ਲਿਖਿਆ ਸਵੇਰੇ ਸ਼ਾਮ ਕਾਂ ਉਹਦੇ ਵਾਸਤੇ ਕੀ ਲੈ ਕੇ ਆਉਂਦੇ ਸੀ? ਮੁਹੱਈਆ ਕਰ ਰਿਹਾ ਸੀ। ਪਰ ਕਾਵਾਂ ਦੇ ਮੂੰਹ 'ਚ ਕਿੰਨੀ ਕੁ ਰੋਟੀ ਹੁੰਦੀ ਹੈ? ਸਿਰਫ ਇੰਨੀ ਕੀ। ਕਿੰਨੀ ਦੇਰ ਤੱਕ ਉਸ ਮੁਹੱਈਆ ਕਰਨ ਵਾਲੇ ਪਰਮੇਸ਼ਰ ਨੇ
ਏਲੀਆਂ ਨੂੰ ਇੰਨੀ ਕੁ ਰੋਟੀ ਤੇ ਜਿੰਦਾ ਰੱਖਿਆ। ਉਹ ਕਹਿ ਸਕਦੇ ਪ੍ਰਭੂ ਇੰਨੀ ਕੁ। ਅੱਜ ਵੀ ਸਾਡੇ ਜੀਵਨ 'ਚ ਪਰਮੇਸ਼ਰ ਕਈ ਵਾਰ ਥੋੜੀ ਇਨਕਮ ਲੈ ਕੇ ਆਉਂਦਾ, ਸਾਨੂੰ ਥੋੜੇ ਪੈਸੇ ਦੇ ਨਾਲ ਗੁਜ਼ਾਰਾ ਕਰਨ ਲਈ ਕਹਿੰਦਾ, ਪਰ ਸਾਡਾ ਮਨ ਸੰਤੁਸ਼ਟ ਨਹੀਂ ਹੁੰਦਾ। ਅਸੀਂ ਕਹਿੰਦੇ ਪ੍ਰਭੂ ਹੋਰ ਚਾਹੀਦਾ, ਹੋਰ ਚਾਹੀਦਾ, ਹੋਰ ਦੇ। ਪ੍ਰਭੂ ਕਹਿੰਦਾ ਤੁਸੀਂ ਤੇ ਫਿਰ ਮੈਨੂੰ ਆਪਣਾ ਮੁਹੱਈਆ ਕਰਨ ਵਾਲਾ ਕਬੂਲ ਕੀਤਾ ਹੀ ਨਹੀਂ। ਉਹ ਮੁਹੱਈਆ ਕਰਨ ਵਾਲਾ ਪਰਮੇਸ਼ਰ ਆ, ਆਪਣੇ ਤਰੀਕੇ ਦੇ ਨਾਲ ਆਪਣੀ ਕਿਰਪਾ ਦੇ ਧਨ ਚੋਂ ਸਾਨੂੰ ਦੇ ਕੇ ਸਾਡਾ ਜੀਵਨ ਚਲਾਉਂਦਾ ਜਾਵੇਗਾ। ਇਸ ਕਰਕੇ ਜਿੰਨੇ ਚ ਉਹਨੇ ਰੱਖਣਾ, ਜਿੱਥੇ ਉਹਨੇ ਰੱਖਣਾ, ਖੁਸ਼ੀ ਦੇ ਨਾਲ ਰਹੀਏ, ਕਿਉਂਕਿ ਤੁਸੀਂ ਅਧਿਕਾਰੀ ਹੋ, ਤੁਸੀਂ ਉਹਦੇ ਪੁੱਤਰ ਬਣ ਗਏ ਹੋ। ਤੇ ਜਿਹੜਾ ਪੁੱਤਰ ਬਣਦਾ ਆ ਉਹਨੂੰ ਕੀ ਕਰਦਾ ਆ? ਕਬੂਲ ਕਰਦਾ ਆ। ਉਹਦੇ ਮੁਹੱਈਆ ਕਰਨ ਦੇ ਤਰੀਕੇ ਨੂੰ ਵੀ ਕੀ ਕਰਦਾ? ਉਹ ਕਬੂਲ ਕਰਦਾ। ਫਿਰ ਜੇਕਰ ਉਹ ਚੰਗੀ ਸਲਾਹ ਦਿੰਦਾ ਆ, ਇੱਕ ਸਲਾਹਕਾਰ ਬਣ ਕੇ ਆਇਆ, ਵਚਨ ਕਹਿੰਦਾ ਨਾ ਉਹ ਚਰਜ ਸਲਾਹੂ ਆ, ਤੇ ਉਹਦੀ ਸਲਾਹ ਨੂੰ ਕੀ ਕਰੋ? ਫਿਰ ਕਬੂਲ ਕਰੋ। ਉਹਦੀ ਸਲਾਹ ਨੂੰ ਕਬੂਲ ਕਰੋ। ਜੋ ਵਚਨ ਕਹਿੰਦਾ ਉਹਨੂੰ ਮੰਨੋ। ਫਿਰ ਜੇਕਰ ਤੁਹਾਡੇ ਜੀਵਨ 'ਚ ਉਹ ਇੱਕ ਰਾਜਾ ਬਣ ਕੇ ਆ ਰਿਹਾ, ਉਹਨੂੰ ਇੱਕ ਰਾਜਾ ਕੀ ਕਰੋ? ਰਾਜੇ ਦਾ ਮਤਲਬ ਕੀ ਹੁੰਦਾ? ਕਿ ਜੇ ਤੁਹਾਡੇ ਜੀਵਨ 'ਚ ਉਹ ਰਾਜਾ ਬਣ ਕੇ ਆਇਆ, ਤੇ ਹੁਣ ਉਸ ਰਾਜੇ ਦੇ ਹੁਕਮਾਂ ਨੂੰ ਕੀ ਕਰਨਾ ਪੈਣਾ? ਤੁਹਾਨੂੰ ਕਬੂਲ ਕਰਨਾ ਪੈਣਾ। ਰਾਜੇ ਦਾ ਮਤਲਬ ਹੀ ਇਹੀ ਆ, ਹੁਕਮ ਚਲਾਉਣ ਵਾਲਾ, ਰੂਲ ਕਰਨ ਵਾਲਾ, ਸ਼ਾਸਕ ਕਰਨ ਵਾਲਾ। ਉਹ ਜੇਕਰ ਤੁਹਾਡੇ ਜੀਵਨ 'ਚ ਤੁਸੀਂ ਉਹਨੂੰ ਰਾਜਾ ਮੰਨਿਆ ਹੋਇਆ ਆ, ਤੇ ਉਸ ਰਾਜੇ ਦੇ ਹੁਕਮਾਂ ਦੀ ਪਾਲਣਾ ਵੀ ਕਰਨੀ ਪੈਣੀ ਆ। ਇਹ ਉਹਨੂੰ ਕਬੂਲ ਕਰਨਾ। ਤੁਸੀਂ ਆਪਣੀ ਇਮੇਜ ਨਹੀਂ ਬਣਾ ਕੇ ਉਹਨੂੰ ਕਬੂਲ ਕਰਨਾ। ਅੱਜ ਅਸੀਂ ਕੀ ਸੋਚਿਆ? ਉਹ ਸਿਰਫ ਡਾਕਟਰ ਆ, ਅਸੀਂ ਉਹਨੂੰ ਡਾਕਟਰ ਦੇ ਤੌਰ ਤੇ ਕਬੂਲ ਕੀਤਾ। ਪ੍ਰਭੂ ਜਦੋਂ ਸਾਡੇ ਜੀਵਨ 'ਚ ਮੁਸ਼ਕਲ ਆਵੇ, ਜਦੋਂ ਬਿਮਾਰੀ ਆਏ, ਤੂੰ ਕੀ ਕਰਦੀ? ਸਿਰਫ ਇਸ ਤੋਂ ਬਾਅਦ ਨਾ ਤੇ ਤੂੰ ਮੇਰਾ ਮੁਹੱਈਆ ਕਰਨ ਵਾਲਾ, ਨਾ ਤੂੰ ਮੇਰਾ ਚਲਾਉਣ ਵਾਲਾ, ਨਾ ਮੇਰਾ ਮੁਕਤੀਦਾਤਾ, ਨਾ ਮੇਰਾ ਲੀਡਰ, ਨਾ ਮੇਰਾ ਚੰਗਾ ਸਲਾਹਕਾਰ, ਤੇ ਨਾ ਤੂੰ ਮੇਰਾ ਰਾਜਾ ਹੈ। ਅਸੀਂ ਚਾਹੁੰਦੇ ਹਾਂ ਬਿਮਾਰੀ ਦੇ ਸਮੇਂ ਸਿਰਫ ਸਾਨੂੰ ਠੀਕ ਕਰ ਜਾਵੇ, ਤੰਗੀ ਮੁਸ਼ਕਲ ਦੇ ਸਮੇਂ ਸਾਡੀ ਜੇਬ ਭਰ ਜਾਏ। ਇਹਦੋਂ ਵੱਧ ਅਸੀਂ ਉਹਦੇ ਨਾਲ ਕੋਈ ਹੋਰ ਮਤਲਬ ਨਹੀਂ ਰੱਖਣਾ ਚਾਹੁੰਦੇ। ਤੋ ਮੇਰੇ ਪਿਆਰਿਓ, ਤੁਸੀਂ ਉਹਦੇ ਪੁੱਤਰ ਨਹੀਂ। ਉਹ ਕਹਿੰਦਾ ਮੇਰੇ ਧੀਆਂ ਪੁੱਤਰ ਉਹੀ ਨੇ ਜਿਹੜੇ ਮੈਨੂੰ ਕੀ ਕਰਨਗੇ? ਜਿਸ ਤਰ੍ਹਾਂ ਮੈਂ ਆਵਾਂਗਾ ਉਸ ਤਰ੍ਹਾਂ ਕੀ ਕਰਨਾ ਪੈਣਾ? ਮੈਨੂੰ ਕਬੂਲ ਕਰਨਾ ਪੈਣਾ। ਇੱਕ ਵਚਨ ਪੜ੍ਹਦੇ ਆ ਜੀ, ਉਹ ਨਾਸਰਤ ਦੇ ਵਿੱਚ ਗਿਆ, ਯਿਸੂ ਮਸੀਹ ਨਾਸਰਤ ਦੇ ਵਿੱਚ ਗਿਆ ਔਰ ਪ੍ਰਚਾਰ ਕਰਨਾ ਸ਼ੁਰੂ ਕੀਤਾ। ਲੂਕਾ ਦੀ ਇੰਜੀਲ 4 ਬਾਬ 16 ਔਰ 17 ਵਚਨ ਪੜ੍ਹੀਏ। ਫਿਰ ਉਹ ਨਾਸਰਤ ਨੂੰ ਆਇਆ, ਹਾਂ, ਜਿੱਥੇ ਪਲਿਆ ਸੀ, ਅਤੇ ਆਪਣੇ ਦਸਤੂਰ ਅਨੁਸਾਰ ਸਬਤ ਦੇ ਦਿਨ ਸਮਾਜ ਵਿੱਚ ਜਾ ਕੇ ਪੜਨ ਲਈ ਖੜਾ ਹੋਇਆ। ਹਾਂ, ਆਪਣੇ ਦਸਤੂਰ ਮੁਤਾਬਕ ਸਬਤ ਦੇ ਦਿਨ ਉਹ ਸਮਾਜ ਦੇ ਵਿੱਚ ਜਾ ਕੇ ਵਚਨ ਪੜਨ ਲਈ ਖੜਾ ਹੋਇਆ। ਹਾਂ, ਅਤੇ ਯਸ਼ਾਇਆ ਨਬੀ ਦੀ ਪੋਥੀ ਉਹਨੂੰ ਦਿੱਤੀ ਗਈ, ਔਰ ਯਸ਼ਾਇਆ ਨਬੀ ਦੀ ਕਿਤਾਬ ਪੜਨ ਲੱਗਾ। ਹਾਂ, ਅਤੇ ਉਸਨੇ ਪੋਥੀ ਖੋਲ ਕੇ ਉਹ ਥਾਂ ਕੱਢਿਆ ਜਿੱਥੇ ਇਹ ਲਿਖਿਆ ਹੋਇਆ ਸੀ, ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ, ਹਾਂ, ਇਸ ਲਈ ਜੋ ਉਹਨੇ ਮੈਨੂੰ ਮਸਾ ਕੀਤਾ, ਭਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ। ਹਾਂ, ਉਸ ਮੈਨੂੰ ਕੱਲਿਆ ਕਿ ਬੰਧੂਆਂ ਨੂੰ ਛੁੱਟਣ ਅਤੇ ਅੰਨਿਆਂ ਨੂੰ ਵੇਖਣ ਦਾ ਪ੍ਰਚਾਰ ਕਰਾਂ, ਹਾਂ, ਅਤੇ ਕੁਚਲਿਆਂ ਹੋਇਆਂ ਨੂੰ ਛੁਡਾਵਾਂ। ਹਾਂ, ਪੜ੍ਹ। ਹਾਂ, ਅਤੇ ਪ੍ਰਭੂ ਦੀ ਮਨਜ਼ੂਰੀ ਦੇ ਵਰੇ ਦਾ ਪ੍ਰਚਾਰ ਕਰਾਂ, ਔਰ ਪ੍ਰਭੂ ਦੀ ਮਨਜ਼ੂਰੀ ਦੇ ਵਰੇ ਦਾ ਪ੍ਰਚਾਰ ਕਰਾਂ। ਹਾਂ, ਅਤੇ ਪੋਥੀ ਬੰਦ ਕਰਕੇ ਔਰ ਪੋਥੀ ਨੂੰ ਬੰਦ ਕੀਤਾ। ਹਾਂ, ਸੇਵਕ ਨੂੰ ਦਿੱਤੀ ਅਤੇ ਬੈਠ ਗਿਆ। ਹਾਂ, ਔਰ ਸਭਨਾਂ ਦੀਆਂ ਅੱਖਾਂ ਜਿਹੜੇ ਸਮਾਜ ਵਿੱਚ ਹਾਜ਼ਰ ਸਨ ਉਸ ਤੇ ਲੱਗੀਆਂ ਹੋਈਆਂ ਸਨ, ਔਰ ਸਭ ਉਹਦੇ ਵੱਲ ਵੇਖ ਰਹੇ ਨੇ। ਹਾਂ, ਤਦ ਉਹ ਉਹਨਾਂ ਨੂੰ ਕਹਿਣ ਲੱਗਾ, ਫਿਰ ਯਿਸੂ ਮਸੀਹ ਨੇ ਫਿਰ ਬੋਲਣਾ ਸ਼ੁਰੂ ਕੀਤਾ। ਹਾਂ, ਕਿ ਇਹ ਲਿਖਤ ਅੱਜ ਤੁਹਾਡੇ ਕੰਨਾਂ ਵਿੱਚ ਪੂਰੀ ਹੋਈ ਕਹਿੰਦਾ ਹੈ। ਇਹ ਲਿਖਤ ਅੱਜ ਤੁਹਾਡੇ ਕੰਨਾਂ 'ਚ, ਭਾਵ ਜੀਵਨਾਂ 'ਚ ਕੀ ਹੋ ਗਈ ਆ? ਜਿਹਨੇ ਆਉਣਾ ਸੀ ਕੀ ਹੋ ਗਿਆ? ਜੇ ਆ ਗਿਆ ਆ। ਪਰ ਜਦੋਂ ਇੰਨੀ ਗੱਲ ਉਹਨਾਂ ਸੁਣੀ ਆ, ਕੀ ਕਹਿੰਦੇ ਨੇ? ਹਾਂ, ਅਤੇ ਸਭਨਾਂ ਨੇ ਉਸ ਉੱਤੇ ਸਾਖੀ ਦਿੱਤੀ, ਔਰ ਸਭ ਉਹਨੂੰ ਇੱਕ ਗਵਾਹੀ ਦੇਣ ਲੱਗ ਪਏ, ਅਤੇ ਉਹਨਾਂ ਕਿਰਪਾ ਦੀਆਂ ਗੱਲਾਂ ਤੋਂ ਜੋ ਉਹਦੇ ਮੂੰਹੋਂ ਨਿਕਲੀਆਂ ਸਨ ਹੈਰਾਨ ਹੋ ਕੇ ਕਿਹਾ, ਹਾਂ, ਭਲਾ ਇਹ ਯੂਸਫ ਦਾ ਪੁੱਤਰ ਨਹੀਂ? ਗਵਾਹੀ ਕੀ ਦੇ ਰਹੇ ਨੇ? ਕਿਹਦਾ ਪੁੱਤਰ ਹੈ ਇਹ? ਤੇ ਮਰੀਮ ਔਰ ਯੂਸਫ ਦਾ ਕੀ ਹੈ? ਇਹ ਕਿਸ ਤਰ੍ਹਾਂ ਕਹਿ ਸਕਦਾ ਹੈ ਪਰਮੇਸ਼ਰ ਦਾ ਪੁੱਤਰ ਆ? ਹਾਂ, ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਜ਼ਰੂਰ ਹੁਣ ਇਹਦਾ 28 ਔਰ 29 ਪੜ੍ਹਦੇ ਹੋ।
ਸੋ ਜਿਹੜੇ ਸਮਾਜ ਵਿੱਚ ਸਨ ਉਹ ਸਭ ਇਹਨਾਂ ਗੱਲਾਂ ਨੂੰ ਸੁਣਦੇ ਹੀ ਕ੍ਰੋਧ ਨਾਲ ਭਰ ਗਏ। ਉਹ ਸਭ ਇਹਨਾਂ ਗੱਲਾਂ ਨੂੰ ਸੁਣਦੇ ਹੀ ਕੀ ਭਰ ਗਏ। ਉਹਨੇ ਦੱਸਿਆ ਮੈਂ ਆ ਗਿਆ, ਪਰ ਬੈਤਲਹਮ ਦੇ ਵਿੱਚ, ਨਾਸਰਤ ਦੇ ਵਿੱਚ, ਉਹਦੇ ਆਪਣੇ ਸ਼ਹਿਰ 'ਚ ਲੋਕਾਂ ਨੇ ਉਹਨੂੰ ਕੀ ਨਹੀਂ ਕੀਤਾ। ਦੇਖਿਆ, ਗੁੱਸੇ ਨਾਲ ਭਰ ਗਏ। ਹਾਂ, ਔਰ ਉੱਠ ਕੇ ਉਸ ਨੂੰ ਨਗਰੋਂ ਬਾਹਰ ਕੱਢਿਆ। ਔਰ ਉਹਨੂੰ ਖਿੱਚ ਕੇ ਕਿੱਥੇ ਲੈ ਗਏ? ਸ਼ਹਿਰ ਤੋਂ ਬਾਹਰ ਲੈ ਗਏ। ਹਾਂ, ਅਤੇ ਉਸ ਪਹਾੜ ਦੀ ਔਰ ਟੀਸੀ ਇੱਕ ਉੱਤੇ, ਪਹਾੜ ਦੀ ਟੀਸੀ ਤੇ ਲੈ ਗਏ। ਹਾਂ, ਜਿਸ ਤੇ ਉਹਨਾਂ ਦਾ ਨਗਰ ਬਣਿਆ ਹੋਇਆ ਸੀ, ਹਾਂ। ਲੈ ਚੱਲੇ, ਜੋ ਉਹਨੂੰ ਸਿਰ ਭਰਨੇ ਡੇਗ ਦੇਣ। ਔਰ ਉਥੋਂ ਉਹਨੇ ਇਹ ਚਾਹਿਆ ਕਿ ਪਹਾੜ ਤੋਂ ਸੁੱਟਣਾ, ਪਰ ਕਿਸ ਤਰ੍ਹਾਂ ਸੁੱਟਣਾ ਇਹਨੂੰ? ਇਸ ਤਰ੍ਹਾਂ ਨਹੀਂ ਧੱਕਾ ਦੇਣਾ, ਬਿਲਕੁਲ ਪੂਰੇ ਸਿਰ ਭਰਨੇ ਸੁੱਟਣਾ, ਇਹਦਾ ਸਿਰ ਜਾ ਕੇ ਵੱਜੇ, ਬਚੇ ਨਾ ਇਹ। ਸਮਝ ਆ ਰਹੀ ਹੈ ਕੀ ਕਹਿ ਰਿਹਾ ਪਰਮੇਸ਼ਰ ਦਾ ਵਚਨ? ਯਿਸੂ ਮਸੀਹ ਨੇ ਆਪਣਾ ਪ੍ਰਗਟ ਕੀਤਾ, ਕਹਿੰਦਾ ਮੈਂ ਆ ਗਿਆ, ਉਹਨੇ ਮੈਨੂੰ ਘੱਲਿਆ, ਮੈਂ ਆ ਗਿਆ। ਔਰ ਅੱਜ ਇਹ ਵਚਨ ਤੁਹਾਡੇ ਕੰਨਾਂ 'ਚ ਕੀ ਹੋ ਗਿਆ? ਪੂਰਾ ਹੋ ਗਿਆ। ਪਰ ਇਹ ਸੁਣ ਕੇ ਹੀ ਲੋਕਾਂ ਨੂੰ ਕੀ ਚੜ ਗਿਆ? ਔਰ ਉਹਨੂੰ ਪਹਾੜ ਤੋਂ ਉੱਤੋਂ ਸੁੱਟਣ ਦੀ ਕੋਸ਼ਿਸ਼ ਕੀਤੀ। ਉਹ ਵੀ ਕਿਸ ਤਰੀਕੇ ਦੇ ਨਾਲ? ਸਿਰ ਦੇ ਭਾਰ। ਅੱਜ ਅਸੀਂ ਤੇ ਤੁਸੀਂ ਵੀ ਤਾਂ ਇਸ ਤਰ੍ਹਾਂ ਹੀ ਕਰਦੇ ਆ। ਜਦੋਂ ਉਸ ਮੁਕਤੀਦਾਤੇ ਦੀ ਮੁਕਤੀ ਨੂੰ ਅਸੀਂ ਕਬੂਲ ਨਹੀਂ ਕਰਦੇ, ਅਸੀਂ ਉਹਨੂੰ ਪਹਾੜ ਤੋਂ ਸੁੱਟ ਰਹੇ ਹਾਂ। ਜਦੋਂ ਅਸੀਂ ਇਸ ਮੁਕਤੀਦਾਤੇ ਦੇ ਉਸ ਲੀਡਰ ਦੀ ਅਗਵਾਈ ਨਹੀਂ ਕਬੂਲ ਕਰ ਰਹੇ, ਅਸੀਂ ਉਹਨੂੰ ਪਹਾੜ ਤੋਂ ਸੁੱਟ ਰਹੇ ਹਾਂ। ਅਸੀਂ ਜੇਕਰ ਉਹਦਾ ਮੁਹੱਈਆ ਕਰਨ ਦਾ ਤਰੀਕਾ ਜੋ ਉਹ ਦਿੰਦਾ ਹੈ, ਜਿੰਨਾ ਉਹ ਦਿੰਦਾ, ਅਸੀਂ ਉਹ 'ਚ ਖੁਸ਼ ਨਹੀਂ ਰਹਿ ਰਹੇ, ਅਸੀਂ ਉਹਦੇ ਤਰੀਕੇ ਨੂੰ ਠੁਕਰਾ ਰਹੇ ਹਾਂ, ਅਸੀਂ ਉਹਨੂੰ ਪਹਾੜ ਤੋਂ ਥੱਲੇ ਸੁੱਟ ਰਹੇ ਹਾਂ। ਅਸੀਂ ਜੇਕਰ ਉਹਦੀ ਸਲਾਹ ਨਹੀਂ ਮੰਨ ਰਹੇ, ਅਸੀਂ ਜੇਕਰ ਉਸ ਰਾਜੇ ਦੇ ਹੁਕਮ ਨਹੀਂ ਮੰਨ ਰਹੇ, ਅਸੀਂ ਉਹਨੂੰ ਪਹਾੜ ਤੋਂ ਕੀ ਕਰ ਰਹੇ ਹਾਂ? ਥੱਲੇ ਸੁੱਟ ਰਹੇ ਹਾਂ। ਜੋ ਉਸ ਸਮੇਂ ਨਾਸਰਤ ਦੇ ਲੋਕਾਂ ਨੇ ਕੀਤਾ, ਅਸੀਂ ਵੀ ਐਗਜ਼ੈਕਟ ਸੇਮ ਉਹ ਹੀ ਕਰ ਰਹੇ ਹਾਂ। ਤੇ ਮੇਰੇ ਪਿਆਰਿਓ, ਅਜਿਹਾ ਕਰਨ ਵਾਲੇ ਉਹਦੇ ਪੁੱਤਰ ਨਹੀਂ ਹੋਣਗੇ। ਉਹਨੇ ਆਪਣੇ ਪੁੱਤਰ ਬਣਨ ਦਾ ਸਾਨੂੰ ਮੌਕਾ ਦੇ ਦਿੱਤਾ ਆ। ਆਪਣਾ ਖੋਇਆ ਹੋਇਆ ਅਧਿਕਾਰ, ਆਪਣਾ ਖੋਇਆ ਹੱਕ ਤੁਸੀਂ ਪਾ ਸਕਦੇ ਹੋ ਇੱਕ ਪੁੱਤਰ ਦੇ ਰੂਪ 'ਚ, ਪਰ ਤਦੇ ਹੀ ਜੇਕਰ ਤੁਸੀਂ ਉਹਨੂੰ ਕੀ ਕਰੋਗੇ? ਕਬੂਲ ਕਰੋਗੇ। ਲਿਖਿਆ ਇਹਨਾਂ ਲੋਕਾਂ ਕੀ ਨਹੀਂ ਕੀਤਾ ਉਹਨੂੰ। 30 ਵਚਨ ਪੜ੍ਹੀਏ। ਪਰ ਉਹ ਉਹਨਾਂ ਦੇ ਵਿੱਚੋਂ ਦੀ ਲੰਘ ਕੇ ਚਲਾ ਗਿਆ। ਪਰ ਉਹ ਉਹਨਾਂ ਦੇ ਵਿੱਚੋਂ ਕੀ ਹੋ ਗਿਆ? ਜੇ ਤੁਸੀਂ ਔਰ ਮੈਂ ਕਬੂਲ ਨਹੀਂ ਨਾ ਕਰਾਂਗੇ, ਉਹ ਚਲਾ ਜਾਵੇਗਾ। ਅਸੀਂ ਆਪਣੀ ਹੀ ਖੁਸ਼ਫਹਿਮੀ 'ਚ ਬੈਠੇ ਹੋਵਾਂਗੇ, ਆਪਣੀ ਖੁਸ਼ਫਹਿਮੀ 'ਚ ਰਵਾਂਗੇ। ਅਸੀਂ ਤੇ ਉਹਦੇ ਪੁੱਤਰ ਹਾਂ, ਪਰ ਸਵਰਗ ਇਸ ਚੀਜ਼ ਦੀ ਸਾਖੀ ਨਹੀਂ ਦੇਵੇਗਾ। ਉਹ ਇਹ ਸਾਖੀ ਦੇਵੇਗਾ, ਤੁਸੀਂ ਕੀ ਨਹੀਂ ਕੀਤਾ? ਉਹਨੂੰ ਕਬੂਲ ਹੀ ਨਹੀਂ ਕੀਤਾ। ਫਿਰ ਦੂਸਰਾ ਕੀ ਕਹਿੰਦਾ? ਉਹਦੇ ਨਾਮ ਤੇ ਕੀ ਕਰਨੀ? ਨਿਹਚਾ ਕਰਨੀ। ਉਹਨੇ ਕਿਹਾ ਉਹਨਾਂ ਦਾ ਮਸੀਹ ਮੈਂ ਹੀ ਆ, ਉਹ ਮਸੀਹ ਮੈਂ ਆ, ਪਰ ਲੋਕਾਂ ਨੇ ਕੀ ਨਹੀਂ ਕੀਤੀ? ਤਾਂ ਹੀ ਤਾਂ ਕਹਿੰਦਾ ਮੈਂ ਆਪਣਿਆਂ ਦੇ ਘਰ ਆਇਆ, ਪਰ ਆਪਣਿਆਂ ਨੇ ਮੈਨੂੰ ਕੀ ਨਹੀਂ ਕੀਤਾ? ਮੇਰੇ ਪਿਆਰਿਓ, ਕੀ ਤੁਸੀਂ ਇਹਦੇ ਨਾਮ ਤੇ ਨਿਹਚਾ ਕਰਦੇ ਹੋ? ਕੀ ਮਸੀਹ ਉਹੀ ਆ? ਮੁਕਤੀ ਉਹਦੇ ਤੋਂ ਹੀ ਆ। ਉਹਦੇ ਤੋਂ ਬਿਨਾ ਕੋਈ ਮੁਕਤੀ ਨਹੀਂ ਪਾ ਸਕਦਾ। ਸੱਚਮੁੱਚ ਉਹ ਕਹਿੰਦਾ ਰਾਹ, ਸਚਾਈ ਤੇ ਜੀਵਨ ਮੈਂ ਹੀ ਆ। ਕਿ ਅਸੀਂ ਉਹਨੂੰ ਆਪਣਾ ਰਾਜਾ ਕਬੂਲ ਕੀਤਾ? ਅਸੀਂ ਉਹਨੂੰ ਆਪਣਾ ਅਗਵਾਈ ਕਰਨ ਵਾਲਾ ਕਬੂਲ ਕੀਤਾ? ਅਸੀਂ ਉਹਨੂੰ ਆਪਣਾ ਮੁਹੱਈਆ ਕਰਨ ਵਾਲਾ ਕਬੂਲ ਕੀਤਾ? ਕਿ ਜਾਂ ਅਸੀਂ ਸਿਰਫ ਇੱਕ ਆਪਣਾ ਡਾਕਟਰ ਔਰ ਸਿਰਫ ਆਪਣਾ ਇੱਕ ਫਾਈਨੈਂਸ਼ੀਅਲ ਲੋੜਾਂ ਪੂਰਾ ਕਰਨ ਵਾਲਾ ਕਬੂਲ ਕੀਤਾ ਹੋਇਆ? ਇਹ ਮਸੀਹੀਅਤ ਨਹੀਂ ਆ। ਪਰਮੇਸ਼ਰ ਕੀ ਕਹਿੰਦਾ? ਜਦ ਤੱਕ ਤੁਸੀਂ ਮੈਨੂੰ ਕਬੂਲ ਨਹੀਂ ਕਰੋਗੇ, ਤਦ ਤੱਕ ਤੁਸੀਂ ਮੇਰੇ ਧੀਆਂ ਪੁੱਤਰ। ਜਿੰਨਾ ਕਬੂਲ ਕਰ ਲਿਆ, ਉਹ ਕਹਿੰਦਾ ਅੱਜ ਤੋਂ ਮੈਂ ਤੁਹਾਡਾ ਕੀ ਹੋਵਾਂਗਾ? ਪਿਤਾ ਹੋਵਾਂਗਾ। ਤੁਸੀਂ ਮੇਰੇ ਕੀ ਹੋਵੋਗੇ? ਤੇ ਤੁਸੀਂ ਮੈਨੂੰ ਹੱਕ ਨਾਲ ਇਹ ਕਹਿ ਸਕਦੇ ਹੋ, ਹੇ ਪਿਤਾ ਜਾਂ ਹੇ ਅੱਬਾ, ਮੈਨੂੰ ਕੀ ਕਰ ਸਕਦੇ ਹੋ? ਪੁਕਾਰ ਸਕਦੇ ਹੋ। ਮੇਰੇ ਪਿਆਰੇ, ਉਹਨੂੰ ਕਬੂਲ ਕਰੋ। ਉਹਨੂੰ ਕਬੂਲ ਕਰੋ। ਜਦੋਂ ਤੁਸੀਂ ਉਹਨੂੰ ਕਬੂਲ ਕਰੋਗੇ, ਇੱਕ ਆਨੰਦ, ਇੱਕ ਖੁਸ਼ੀ ਦਾ ਮਾਹੌਲ ਔਰ ਇੱਕ ਆਨੰਦ, ਖੁਸ਼ੀ ਤੁਹਾਡੇ ਜੀਵਨ 'ਚ ਆਏਗੀ। ਉਹ ਖੁਸ਼ੀ ਤੋਂ ਵੱਡੀ ਹੋਰ ਖੁਸ਼ੀ ਕੋਈ ਨਹੀਂ ਆ। ਇਸ ਦੋ ਜਹਾਨ ਦੇ ਮਾਲਕ ਦੇ ਤੁਸੀਂ ਧੀਆਂ ਪੁੱਤਰ ਬਣ ਜਾਓਗੇ। ਉਹਨੂੰ ਕਬੂਲ ਕਰੋ। ਜੋ ਵੀ ਉਹ ਤੁਹਾਡੇ ਜੀਵਨ 'ਚ ਕਰਨਾ ਚਾਹੁੰਦਾ ਨਾ, ਉਹਨੂੰ ਕਬੂਲ ਕਰੋ। तो आइए प्रार्थना करांगे सब थोड़ी देर। धन्यवाद हो, धन्यवाद, धन्यवाद।
तो आइए सब मिल के असी एक प्रार्थना के रूप च गीत गावांगे। गीत नंबर 150, गीत की किताब चों गीत नंबर 150। आनंद 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 है अबदी मोहब्बत से हमें प्रेम किया। आनंद 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 है अबदी मोहब्बत से हमें प्रेम किया। अपना बेटा हमें बना लिया, ये हमारा सौभाग्य है। अपना बेटा हमें बना लिया, ये हमारा सौभाग्य है। हालेलुया सदा गाएंगे हम प्रभु यीशु के लिए। हालेलुया सदा गाएंगे। आनंद 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 है आनंद के तेल से मसा किया है। आनंद 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 है हालेलुया आनंद के तेल से मसा किया है। पवित्र स्थान में हमें दाखिल किया है, ये हमारा सौभाग्य है। पवित्र स्थान में हमें दाखिल किया है, ये हमारा सौभाग्य है। हालेलुया हालेलुया सदा गाएंगे हम प्रभु यीशु के लिए। हालेलुया सदा गाएंगे हम प्रभु। आनंद 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 है प्रभु की स्तुति करना आनंद है। आनंद 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 है प्रभु की स्तुति करना आनंद है। प्रभु की सेवा हम करेंगे सदा, ये हमारा सौभाग्य है। प्रभु की सेवा हम करेंगे सदा, ये हमारा सौभाग्य है। हालेलुया हालेलुया सदा गाएंगे हम प्रभु यीशु के लिए। हालेलुया सदा हालेलुया हम प्रभु यीशु के लिए। आनंद 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 है प्रभु के आगमन की खुशी है। आनंद 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 है प्रभु के आगमन की खुशी है। ले जाएगा हमें ललकार के साथ, ये हमारा सौभाग्य है। हालेलुया ले जाएगा हमें ललकार के साथ, ये हमारा सौभाग्य है। हालेलुया सदा गाए। हालेलुया हम प्रभु यीशु के लिए। हालेलुया सदा आनंद 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 है सिय्योन जलाली में वास करेंगे। आनंद 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 है सिय्योन जलाली में वास करेंगे। बाप के दाहिने बैठ जाएंगे, ये हमारा सौभाग्य है। बाप के दाहिने बैठ जाएंगे, ये हमारा सौभाग्य
आनंद है, कब दी मोहब्बत से हमें प्रेम किया। आनंद आनंद हालेलुया, कब दी मोहब्बत से हमें प्रेम किया। अपना बेटा हमें बना लिया, अपना बेटा बना लिया, हमारा सौभाग्य है। अपना बेटा हमें बना लिया, ये हमारा सौभाग्य है। हालेलुया, सदा गाएंगे हम प्रभु यीशु के लिए। हालेलुया, सदा गाएंगे हम प्रभु यीशु के लिए। हम प्रभु यीशु के लिए, हम प्रभु यीशु के लिए। हालेलुया। तो आइए सब अपने सिरां ਨੂੰ ਝੁਕਾਵਾਂਗੇ, प्रार्थना ਕਰਾਂਗੇ। ਸਰਵਸ਼ਕਤੀਮਾਨ ਪਿਤਾ ਪਰਮੇਸ਼ਰ, ਤੇਰੇ ਧੰਨਵਾਦੀ ਹਾਂ ਅੱਜ ਇੱਕ ਵਾਰੀ ਫੇਰ ਤੇਰੇ ਕਦਮਾਂ 'ਚ ਅਸੀਂ ਸਿਰ ਝੁਕਾਉਂਦੇ ਹਾਂ ਔਰ ਤੇਰੇ ਨਾਲ ਵਚਨਾਂ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ ਪਿਤਾ। ਸ਼ੈਤਾਨ ਨੇ ਜੋ ਨੁਕਸਾਨ ਸਾਡੇ ਜੀਵਨ 'ਚ ਕੀਤੇ ਸੀ ਪਿਤਾ, ਉਹਨਾਂ ਦੀ ਭਰਪਾਈ ਤੂੰ ਬਤਾਜ ਦੇ ਨਾਲ ਕੀਤੀ ਪਿਤਾ। ਅੱਜ ਅਸੀਂ ਸਿੱਖਿਆ ਆਦਮ ਜਾਂ ਮਨੁੱਖ ਦਾ ਜਿਹੜਾ ਹੱਕ ਖੋ ਚੁੱਕੀ ਸੀ, ਉਹ ਹੱਕ ਤੂੰ ਆਪਣੇ ਧੀਆਂ ਪੁੱਤਰਾਂ ਦੇ ਰੂਪ 'ਚ ਸਾਨੂੰ ਵਾਪਸ ਕੀਤਾ। ਪਰ ਤਦੇ ਹੀ ਜੇਕਰ ਪਿਤਾ ਜੀ ਅਸੀਂ ਤੈਨੂੰ ਕਬੂਲ ਕਰੀਏ, ਤੇਰੇ ਨਾਮ ਉੱਤੇ ਵਿਸ਼ਵਾਸ ਕਰੀਏ ਪਿਤਾ, ਤੂੰ ਆਪਣੇ ਬੱਚਿਆਂ ਨੂੰ ਤੈਨੂੰ ਕਬੂਲ ਕਰਨ ਲਈ ਤੂੰ ਮਦਦ ਕਰ ਪਿਤਾ। ਇੱਕ ਸੱਚੇ ਸਲਾਹਕਰਤਾ ਦੇ ਰੂਪ 'ਚ, ਇੱਕ ਸੱਚੇ ਮੁਕਤੀਦਾਤਾ ਦੇ ਰੂਪ 'ਚ, ਇੱਕ ਸੱਚੇ ਲੀਡਰ ਦੀ ਅਗਵਾਈ ਨੂੰ ਕਬੂਲ ਕਰਨ ਦੇ ਰੂਪ 'ਚ, ਇੱਕ ਚੰਗੀ ਸਲਾਹ ਨੂੰ, ਆਪਣੇ ਆਪ ਨੂੰ ਤੇਰੇ ਅਧੀਨ ਕਰਦੇ ਹੋਏ ਤੈਨੂੰ ਇੱਕ ਰਾਜਾ ਕਬੂਲ ਕਰਨ ਲਈ ਪਿਤਾ ਜੀ ਤੂੰ ਸਭਨਾਂ ਨੂੰ ਬਲ ਦੇ ਪਿਤਾ। ਤੇਰੇ ਹੁਕਮਾਂ ਨੂੰ ਕਬੂਲ ਕਰਨ, ਤੇਰੇ ਹੁਕਮਾਂ ਨੂੰ ਮੰਨਣ ਪਿਤਾ। ਜਿਸ ਤਰ੍ਹਾਂ ਜ਼ਬੂਰ 2 ਕਹਿੰਦਾ, ਪੁੱਤਰ ਨੂੰ ਚੁੰਮੋ ਮਤੇ ਉਹ ਕ੍ਰੋਧ 'ਚ ਆ ਜਾਏ। ਉਹਨੂੰ ਆਪਣਾ ਰਾਜਾ ਕਬੂਲ ਕਰ ਲਈਏ ਪਿਤਾ। ਜੋ ਉਹਨੂੰ ਆਪਣਾ ਰਾਜਾ ਕਬੂਲ ਕਰਦੇ, ਜੋ ਉਹਨੂੰ ਆਪਣਾ ਮੁਕਤੀਦਾਤਾ ਕਬੂਲ ਕਰਦੇ, ਜੋ ਉਹਨੂੰ ਆਪਣਾ ਸਹਾਇਕ, ਆਪਣਾ ਮੁਹੱਈਆ ਕਰਨ ਵਾਲਾ, ਆਪਣਾ ਲੀਡਰ, ਆਪਣਾ ਅਗਵਾਈ ਕਰਨ ਵਾਲਾ ਕਬੂਲ ਕਰਦੇ ਨੇ ਪਿਤਾ, ਤੂੰ ਉਹਨਾਂ ਨੂੰ ਆਪਣਾ ਪੁੱਤਰ ਕਬੂਲ ਕਰਦਾ ਪਿਤਾ ਪਰਮੇਸ਼ਰ। ਇਹ ਵਚਨ ਇੱਕ ਇੱਕ ਦੇ ਜੀਵਨਾਂ 'ਚ 100 ਗੁਣਾ ਫਲ ਲੈ ਕੇ ਆਏ। ਜਿੰਨੇ ਤੇਰੇ ਬੱਚੇ ਇਸ ਸਮੇਂ ਇਸ ਜਗ੍ਹਾ ਤੇ ਬਹਿ ਕੇ ਸੁਣ ਰਹੇ ਨੇ, ਜੋ ਮੋਬਾਈਲ ਦੇ ਜ਼ਰੀਏ ਨਾਲ ਹੁਣ ਸੁਣ ਰਹੇ ਨੇ ਜਾਂ ਬਾਅਦ 'ਚ ਸੁਣਨਗੇ ਪਿਤਾ, ਸਭਨਾਂ ਤੇ ਤੇਰੀ ਕਿਰਪਾ ਬਣੀ ਰਹੇ, ਸਭਨਾਂ ਤੇ ਤੇਰਾ ਫਜ਼ਲ ਬਣਿਆ ਰਹੇ। ਧੰਨਵਾਦੀ ਅੱਜ ਤੱਕ ਸੰਭਾਲਿਆ, ਮਦਦ ਕੀਤੀ, ਗਾਂ ਵੀ ਸਭਨਾਂ ਗੱਲਾਂ 'ਚ ਆਪਣੇ ਆਪ ਨੂੰ, ਪੂਰੀ ਕਲੀਸਿਆ ਨੂੰ ਤੁਹਾਡੇ ਜੋਰਾਵਰ ਹੱਥਾਂ ਸੌਂਪਦੇ ਤੁਸੀਂ ਸੰਭਾਲਣਾ। ਤੁਹਾਡੀ ਕਿਰਪਾ ਅਨੁਗ੍ਰਹਿ ਹਮੇਸ਼ਾ ਬਣਿਆ ਰਹੇ। ਧੰਨਵਾਦੀ ਪ੍ਰਾਰਥਨਾ ਨੂੰ ਸੁਣਿਆ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਐਤਵਾਰ ਨੂੰ ਫੇਰ 11 ਵਜੇ ਅਸੀਂ ਵਚਨਾਂ ਨੂੰ ਲੈ ਕੇ ਲਾਈਵ ਹੋਵਾਂਗੇ। ਤਦ ਤੱਕ ਦੇ ਲਈ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਸੰਭਾਲੇ, ਸਭਨਾਂ ਤੇ ਪਰਮੇਸ਼ਰ ਦੀ ਮਹਾਨ ਕਿਰਪਾ ਬਣੀ ਰਹੇ। ਜੈ ਮਸੀਹ ਦੀ।